ਪੰਜਾਬੀ ਭਾਸ਼ਾ ਨਾਲ ਜੁੜੇ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ ਕਰਦਾ ਹੈ ਜੀ ਤੁਹਾਡਾ ਆਪਣਾ ਸੁਪੀਰੀਅਰ ਸਟੱਡੀ ਚੈਨਲ। ਆਪਾਂ ਇਸ ਚੈਨਲ 'ਤੇ ਕਰ ਰਹੇ ਸੀ ਵਿਆਕਰਨ ਦਾ ਟੌਪਿਕ ਭਾਸ਼ਾ। ਇਸ ਨਾਲ ਸੰਬੰਧਿਤ ਅਸੀਂ ਇੱਕ ਪਾਰਟ ਆ ਜਿਹੜਾ ਵੀਡੀਓ ਦਾ ਕਰ ਚੁੱਕੇ ਹਾਂ, ਜਿਸ ਦੇ ਵਿੱਚ ਭਾਸ਼ਾ ਦੀਆਂ ਕਿਸਮਾਂ, ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਜੋ ਹਾਕਟ ਅਨੁਸਾਰ ਵਿਸ਼ੇਸ਼ਤਾਵਾਂ ਦਿੱਤੀਆਂ ਨੇ ਉਸ ਸੰਬੰਧੀ ਸਾਰੇ ਪ੍ਰਸ਼ਨ ਉਸ ਪਹਿਲੇ ਪਾਰਟ ਦੇ ਵਿੱਚ ਹੋ ਚੁੱਕੇ ਨੇ। ਜਿਹੜੇ ਸਟੂਡੈਂਟਸ ਨੇ ਹਾਲੇ ਤੱਕ ਇਸ ਵੀਡੀਓ ਦਾ ਪਹਿਲਾ ਹਿੱਸਾ ਨਹੀਂ ਦੇਖਿਆ ਤਾਂ ਉਹ ਜ਼ਰੂਰ ਦੇਖ ਲੈਣਾ ਜੀ, ਕਿਉਂਕਿ ਕਾਫੀ ਜਿਹੜੇ ਇੰਪੋਰਟੈਂਟ ਪ੍ਰਸ਼ਨ ਆ ਉਹਦੇ 'ਚ ਆਪਾਂ ਕਰ ਚੁੱਕੇ ਹਾਂ। ਇਸ ਦਾ ਜਿਹੜਾ ਪਾਰਟ ਲੈਫਟ ਰਹਿੰਦਾ ਸੀ ਉਹ ਅਸੀਂ ਅੱਜ ਕਰਨ ਜਾ ਰਹੇ ਹਾਂ। ਭਾਗ ਦੂਜਾ, ਭਾਸ਼ਾ ਨਾਲ ਸੰਬੰਧਿਤ ਟੌਪਿਕ। ਅਤੇ ਇਸ ਤੋਂ ਇਲਾਵਾ ਜਿਹੜੇ ਸਟੂਡੈਂਟਸ ਨੇ ਜੇ ਮੌਕ ਟੈਸਟ ਨਹੀਂ ਕੀਤੇ ਜਾਂ ਜੋ ਸਟੂਡੈਂਟ ਇਸ ਚੈਨਲ 'ਤੇ ਨਵੇਂ ਨੇ ਤਾਂ ਤੁਹਾਨੂੰ ਲਿੰਕਸ ਮਿਲ ਜਾਣਗੇ ਜੀ ਸਹਿਜੀਵਨੀਕਾਰਾਂ ਦੇ, ਸਾਹਿਤ ਰੂਪਾਂ ਦੇ ਅਤੇ ਮੌਕ ਟੈਸਟਾਂ ਦੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ। ਉੱਥੇ ਜਾ ਕੇ ਤੁਸੀਂ ਦੇਖ ਲੈਣਾ ਜੀ। ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਜੋ ਕਿ ਰਹੇਗਾ ਭਾਸ਼ਾ ਬਾਰੇ। ਅਤੇ ਇਸ ਤੋਂ ਪਹਿਲਾਂ ਵਾਲਾ ਵੀ ਅਸੀਂ ਭਾਸ਼ਾ ਬਾਰੇ ਇੱਕ ਕਰ ਚੁੱਕੇ ਹਾਂ, ਉਸ ਦਾ ਲਿੰਕ ਵੀ ਮਿਲ ਜਾਏਗਾ ਤੁਹਾਨੂੰ, ਉਹ ਜ਼ਰੂਰ ਪਹਿਲਾਂ ਕਰ ਲੈਣਾ ਜੀ। ਠੀਕ ਹੈ ਜੀ। ਹਾਂਜੀ, ਭਾਸ਼ਾ ਸ਼ਬਦ ਦਾ ਜਿਹੜਾ ਉਹ ਕਿੱਥੋਂ ਲਿਆ ਗਿਆ ਹੈ ਇਹ ਅਸੀਂ ਪਹਿਲਾਂ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਕਿ ਸੰਸਕ੍ਰਿਤ ਭਾਸ਼ਾ ਦੀ ਦੇਣ ਹੈ। ਇਸ ਤੋਂ ਇਲਾਵਾ ਅੰਗਰੇਜ਼ੀ ਦੇ ਵਿੱਚ ਜੋ ਵੀ ਇਹਦੇ ਨਾਲ ਸੰਬੰਧਿਤ ਟਰਮਸ ਨੇ ਮਿਲਦੀਆਂ ਸਾਨੂੰ, ਉਹਨਾਂ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਪਹਿਲੇ ਲੈਕਚਰ ਦੇ ਵਿੱਚ। ਅਤੇ ਇਸ ਦਾ ਅਰਥ ਪੁੱਛਿਆ ਸੀ ਸਟੂਡੈਂਟਸ ਨੇ, ਇਸ ਲਈ ਆਪਾਂ ਅੱਜ ਦੀ ਵੀਡੀਓ ਇਸ ਦੇ ਅਰਥ ਤੋਂ ਹੀ ਸਟਾਰਟ ਕਰ ਰਹੇ ਹਾਂ। ਭਾਸ਼ ਸ਼ਬਦ ਤੋਂ ਬਣਿਆ ਜੀ ਭਾਸ਼ਾ, ਅਤੇ ਭਾਸ਼ ਦਾ ਅਰਥ ਹੈ ਸਪਸ਼ਟ ਵਚਨ ਜਾਂ ਫਿਰ ਅਰਥ ਸਹਿਤ ਵਚਨ, ਜਿਸ ਦਾ ਕੋਈ ਅਰਥ ਨਿਕਲੇ ਅਜਿਹਾ ਵਚਨ। ਇਸ ਦਾ ਸ਼ਾਬਦਿਕ ਅਰਥ ਹੈ ਕਿਸ ਦਾ? ਭਾਸ਼ਾ ਦਾ। ਠੀਕ ਹੈ, ਭਾਸ਼। ਇਸ ਤੋਂ ਬਾਅਦ ਜਦੋਂ ਵੀ ਅਸੀਂ ਭਾਸ਼ਾ ਬਾਰੇ ਗੱਲ ਕਰਾਂਗੇ ਤਾਂ ਨਾਲ ਦੇ ਨਾਲ ਹੀ ਉਸ ਦਾ ਟੌਪਿਕ ਹੁੰਦਾ ਹੈ ਭਾਸ਼ਾ ਵਿਗਿਆਨ। ਤਾਂ ਇਹ ਕੀ ਹੈ ਜੀ? ਭਾਸ਼ਾ ਜਾਂ ਬੋਲੀ ਦਾ ਵਿਗਿਆਨਿਕ ਤੌਰ 'ਤੇ ਅਧਿਐਨ ਅਤੇ ਵਿਸ਼ਲੇਸ਼ਣ ਕਰਨਾ। ਹੁਣ ਆਪਾਂ ਨੂੰ ਇਹ ਪਤਾ ਹੈ ਕਿ ਜੋ ਵਿਗਿਆਨ ਹੁੰਦਾ ਹੈ ਉਹ ਕਿਸ ਕਿਸ ਚੀਜ਼ 'ਤੇ ਫੋਕਸ ਕਰਦਾ ਹੈ। ਸਭ ਤੋਂ ਪਹਿਲਾਂ ਉਹ ਹਿਸਟਰੀ ਦੇਖਦਾ, ਠੀਕ ਹੈ, ਫਿਰ ਕਿਸੇ ਚੀਜ਼ ਦੇ ਕਾਰਨ ਦੇਖਦਾ ਹੈ, ਫਿਰ ਉਸ ਦੀ ਪ੍ਰਕਿਰਿਆ ਕਿਸ ਤਰ੍ਹਾਂ ਹੋ ਰਹੀ ਹੈ, ਉਸ ਤੋਂ ਬਾਅਦ ਉਸਦੇ ਕੀ ਪ੍ਰਭਾਵ ਪੈਣਗੇ, ਠੀਕ ਹੈ, ਜਾਂ ਉਹਦਾ ਨਤੀਜਾ ਕੀ ਆਏਗਾ। ਇਹ ਸਾਰੀ ਜਿਹੜੀ ਪ੍ਰਕਿਰਿਆ ਕਿਸ ਦੁਆਰਾ ਕੀਤੀ ਜਾਂਦੀ ਹੈ? ਵਿਗਿਆਨ ਦੁਆਰਾ। ਅਤੇ ਵਿਗਿਆਨ ਦਾ ਜਿਹੜਾ ਖੇਤਰ ਆ ਉਹ ਦੂਸਰੀਆਂ ਸ਼ਾਖਾਵਾਂ ਦੇ ਨਾਲੋਂ ਬਹੁਤ ਜ਼ਿਆਦਾ ਵਿਸ਼ਾਲ ਹੁੰਦਾ ਹੈ। ਤਾਂ ਹੁਣ ਜੇ ਆਪਾਂ ਭਾਸ਼ਾ ਵਿਗਿਆਨ ਦੀ ਗੱਲ ਕਰੀਏ ਤਾਂ ਇਹ ਕਿਸ ਤਰ੍ਹਾਂ ਦਾ ਅਧਿਐਨ ਕਰਦਾ ਹੈ ਭਾਸ਼ਾ ਦਾ? ਤਾਂ ਉਹ ਦੋ ਤਰ੍ਹਾਂ ਦਾ ਹੈ ਜੀ। ਉਹ ਹੈ ਇਤਿਹਾਸਿਕ ਅਤੇ ਤੁਲਨਾਤਮਕ। ਇਤਿਹਾਸਿਕ ਦੇ ਵਿੱਚ ਕੀ ਹੁੰਦਾ ਕਿ ਉਹ ਜਿਹੜੇ ਭਾਸ਼ਾ ਵਿਗਿਆਨੀ ਆ ਕਿਸੇ ਇੱਕ ਭਾਸ਼ਾ ਨੂੰ ਲੈ ਲੈਂਦੇ ਨੇ, ਸਭ ਤੋਂ ਪਹਿਲਾਂ ਉਸਦੀ ਹਿਸਟਰੀ ਫਰੋਲਦੇ ਆ, ਠੀਕ ਹੈ, ਉਸਦੇ ਪਾਸਟ ਦੇ ਵਿੱਚ ਕੀ ਰਹਿ ਚੁੱਕਿਆ, ਉਸਦਾ ਇਤਿਹਾਸ ਕੀ ਹੈ, ਕਿਸ ਤਰ੍ਹਾਂ ਕਿਹੜੇ ਪੜਾਵਾਂ ਦੇ ਵਿੱਚੋਂ ਲੰਘ ਕੇ ਆਈ ਹੈ ਭਾਸ਼ਾ। ਅਤੇ ਦੂਸਰਾ ਹੈ ਜੀ ਤੁਲਨਾਤਮਕ। ਹੁਣ ਤੁਲਨਾਤਮਕ ਦੇ ਵਿੱਚ ਕੀ ਹੁੰਦਾ? ਦੋ ਭਾਸ਼ਾਵਾਂ ਲੈ ਲਈਆਂ ਜਾਂਦੀਆਂ, ਠੀਕ ਹੈ, ਅਤੇ ਇੱਕ ਦੂਜੀ ਦੇ ਸਾਹਮਣੇ ਰੱਖ ਕੇ ਉਹਨਾਂ ਦੀਆਂ ਆਪਸੀ ਜੋ ਸਮਾਨਤਾਵਾਂ ਨੇ, ਠੀਕ ਹੈ, ਅਸਮਾਨਤਾਵਾਂ ਨੇ, ਸਿਮਿਲੈਰਿਟੀਜ਼, ਡਿਸਸਿਮਿਲੈਰਿਟੀਜ਼, ਇਹ ਚੀਜ਼ਾਂ ਉਹਨਾਂ ਦੀਆਂ ਕੰਪੈਰੀਜ਼ਨ ਕੀਤਾ ਜਾਂਦਾ, ਠੀਕ ਹੈ, ਤੁਲਨਾਇਆ ਜਾਂਦਾ ਦੋਨਾਂ ਜਾਣਿਆਂ ਨੂੰ, ਦੋਨਾਂ ਭਾਸ਼ਾਵਾਂ ਨੂੰ, ਸੌਰੀ, ਠੀਕ ਹੈ ਜੀ। ਅਤੇ ਫਿਰ ਨਾਲ ਦੱਸਿਆ ਜਾਂਦਾ ਕਿ ਕਿਹੜੀ ਭਾਸ਼ਾ ਨਾਲੋਂ ਉੱਤਮ ਹੈ ਅਤੇ ਕਿਉਂ ਉੱਤਮ ਹੈ, ਜਾਂ ਕਿਹੜੀ ਭਾਸ਼ਾ ਦੇ ਵਿੱਚ ਕਿਹੜੀ ਕਮੀ ਹੈ, ਜਾਂ ਦੋਨੇ ਆਪਸ ਵਿੱਚ ਕਿੱਥੇ ਮੇਲ ਖਾਂਦੀਆਂ ਅਤੇ ਕਿੱਥੇ ਦੋਨਾਂ ਦੇ ਵਿੱਚ ਫਰਕ ਹੈ, ਮਤਲਬ ਦੋਨਾਂ ਦੀ ਤੁਲਨਾ ਕੀਤੀ ਜਾਂਦੀ ਹੈ। ਤਾਂ ਉਹ ਹੈ ਤੁਲਨਾਤਮਕ ਅਧਿਐਨ। ਠੀਕ ਹੈ ਜੀ। ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਭਾਸ਼ਾ ਵਿਗਿਆਨ ਦੇ ਨਾਮਕਰਨ ਬਾਰੇ, ਤਾਂ ਸਭ ਤੋਂ ਪਹਿਲਾਂ ਯੂਰਪ ਦੇ ਵਿੱਚ ਇਸ ਦਾ ਨਾਮਕਰਨ ਹੋਇਆ, ਜਿਸ ਨੂੰ ਕਿਹਾ ਫਿਲੋਲੋਜੀ, ਜਿਸ ਦਾ ਅਰਥ ਕੀ ਹੈ ਜੀ? ਬੋਲੀ ਨਾਲ ਪਿਆਰ ਕਰਨਾ। ਇਹ ਤੁਸੀਂ ਯਾਦ ਰੱਖ ਲੈਣਾ ਇਸ ਦਾ ਨਾਮ। ਇਸ ਤੋਂ ਬਾਅਦ ਇਸ ਦੇ ਜਿਹੜੇ ਨਾਮ ਸੀ ਉਹ ਕਾਫੀ ਦੇਰ ਤੱਕ ਬਦਲਦੇ ਰਹੇ ਸੀ। ਜਦੋਂ ਇਸ ਦੇ ਵਿੱਚ ਤੁਲਨਾਤਮਕ ਅਧਿਐਨ ਆ ਗਿਆ ਤਾਂ ਇਸ ਦਾ ਨਾਮ ਰੱਖ ਦਿੱਤਾ ਗਿਆ ਕੰਪੈਰੇਟਿਵ ਫਿਲੋਲੋਜੀ। ਕੰਪੈਰੇਟਿਵ ਮਤਲਬ ਤੁਲਨਾਤਮਕ, ਉਸ ਤੋਂ ਹੀ ਬਣਿਆ ਕੰਪੈਰੇਟਿਵ ਗ੍ਰਾਮਰ। ਠੀਕ ਹੈ ਜੀ। ਫਿਰ ਇਸ ਦਾ ਸੰਬੰਧ ਜੋੜਿਆ ਗਿਆ ਲਿੰਗੁਇਸਟਿਕ ਨਾਲ, ਅਤੇ ਨਾਲ ਦੀ ਨਾਲ ਹੀ ਇਸ ਨੂੰ ਕਿਹਾ ਜਾਣ ਲੱਗ ਪਿਆ ਸਾਇੰਸ ਆਫ ਲੈਂਗੁਏਜ, ਭਾਸ਼ਾ ਦਾ ਵਿਗਿਆਨ। ਉਸ ਤੋਂ ਬਾਅਦ ਇੱਕ ਵਿਦਵਾਨ ਹੋਏ ਟੱਕਰ, ਠੀਕ ਹੈ, ਉਹਨਾਂ ਨੇ ਇਸ ਨੂੰ ਕਿਹਾ ਗਲੋਟੋਲੋਜੀ। ਇਹ ਵੀ ਤੁਸੀਂ ਯਾਦ ਰੱਖ ਲੈਣਾ। ਇਹ ਸਪੈਸ਼ਲ ਇਸ ਵਿਦਵਾਨ ਨੇ ਕਿਹਾ ਸੀ, ਇਸ ਦਾ ਜ਼ਿਆਦਾ ਨਾਮ ਨਹੀਂ ਪ੍ਰਚਲਿਤ ਹੋਇਆ, ਸਿਰਫ ਇਸ ਵਿਦਵਾਨ ਨੇ ਹੀ ਨਾਮ ਦਿੱਤਾ ਸੀ ਇਸ ਨੂੰ। ਅਤੇ ਵਰਤਮਾਨ ਸਮੇਂ ਦੇ ਵਿੱਚ ਇਸ ਵਿਸ਼ੇ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਜੀ? ਦੋ ਨਾਵਾਂ ਨਾਲ ਜਾਣਿਆ ਜਾਂਦਾ ਹੈ, ਲਿੰਗੁਇਸਟਿਕਸ
ਤੇ ਦੂਸਰਾ ਫਿਲੋਲੋਜੀ। ਇਹ ਤੁਹਾਨੂੰ ਪਤਾ ਹੀ ਹੈ, ਠੀਕ ਹੈ ਜੀ। ਇਹ ਮਾਡਰਨ ਜਿਹੜਾ ਨਾਮ ਇਹਦਾ ਉਹ ਤੁਸੀਂ ਜ਼ਰੂਰ ਯਾਦ ਕਰ ਲੈਣਾ। ਇਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਕਿ ਜੋ ਇਹ ਚੀਜ਼ ਬਹੁਤ ਧਿਆਨ ਨਾਲ ਤੁਸੀਂ ਪੜ੍ਹਨੀ ਹੈ ਕਿ ਜੋ ਪੰਜਾਬੀ ਦੇ ਵਿੱਚ ਬੋਲੀ ਅਤੇ ਭਾਸ਼ਾ ਆਪਾਂ ਨੂੰ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਬੋਲੀ ਜਾਂ ਭਾਸ਼ਾ, ਇਹਦਾ ਮਤਲਬ ਅਸੀਂ ਦੋਨਾਂ ਨੂੰ ਕੀ ਮੰਨਦੇ ਹਾਂ, ਭਾਵੇਂ ਕਿ ਇਹਦੇ ਵਿੱਚ ਆਪਾਂ ਫਰਕ ਕਰਿਆ, ਆਪਾਂ ਪਹਿਲਾਂ ਜਿਹੜਾ ਇਹਦਾ ਪਾਰਟ ਕਰ ਚੁੱਕੇ ਹਾਂ ਭਾਸ਼ਾ ਦਾ, ਉਸ ਦੇ ਵਿੱਚ ਆਪਾਂ ਦੇਖਿਆ ਸੀ ਕਿ ਦੋਨਾਂ ਦੇ ਵਿੱਚ ਕੀ ਜਿਹੜਾ ਮਾਮੂਲੀ ਜਿਹਾ ਫਰਕ ਹੈ। ਤਾਂ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ ਕਿ ਸਿਰਫ ਪੰਜਾਬੀ ਹੀ ਅਜਿਹੀ ਭਾਸ਼ਾ ਹੈਗੀ ਜਿਸ ਦੇ ਵਿੱਚ ਬੋਲੀ ਅਤੇ ਭਾਸ਼ਾ ਨੂੰ ਸਮਾਨ ਅਰਥੀ ਮੰਨਿਆ ਜਾਂਦਾ, ਇੱਕ ਦੂਸਰੇ ਦੇ ਸਿਨੋਨਿਮ ਮੰਨਿਆ ਜਾਂਦਾ। ਅਤੇ ਜੋ ਬਾਕੀ ਭਾਰਤੀ ਭਾਸ਼ਾਵਾਂ ਨੇ, ਠੀਕ ਹੈ, ਉਹਨਾਂ ਦੇ ਵਿੱਚ ਜੋ ਬੋਲੀ ਹੈ ਉਸ ਨੂੰ ਭਾਸ਼ਾ ਦੇ ਸਮਾਨਾਂਤਰ ਨਹੀਂ ਰੱਖਿਆ ਜਾਂਦਾ, ਉਸ ਨੂੰ ਉਪਭਾਸ਼ਾ ਕਿਹਾ ਜਾਂਦਾ। ਖੇਤਰਾਂ ਦੀ ਜਿਹੜੀ ਭਾਸ਼ਾ ਹੁੰਦੀ ਜਿਸ ਨੂੰ ਆਪਾਂ ਉਪਭਾਸ਼ਾ ਕਹਿੰਦੇ ਹਾਂ ਨਾ, ਉਪਭਾਸ਼ਾ ਨੂੰ ਆਪਾਂ ਭਾਸ਼ਾ ਨਾਲੋਂ ਅਲੱਗ ਰੱਖਦੇ ਹਾਂ, ਬੋਲੀ ਨਾਲੋਂ ਵੀ ਅਲੱਗ ਰੱਖਦੇ ਹਾਂ। ਪਰ ਦੂਸਰੇ ਪ੍ਰਾਂਤਾਂ ਦੇ ਵਿੱਚ ਜਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਉਹਨਾਂ ਦੇ ਵਿੱਚ ਜਿਹੜੀ ਬੋਲੀ ਆ ਉਹ ਉਪਭਾਸ਼ਾ ਨੂੰ ਕਿਹਾ ਜਾਂਦਾ, ਠੀਕ ਹੈ ਜੀ। ਇਸ ਤੋਂ ਬਾਅਦ ਆਹ ਕਥਨ ਚੰਗੀ ਤਰ੍ਹਾਂ ਕਰ ਲੈਣਾ ਤੁਸੀਂ। ਇਹ ਕਿਹਨੇ ਦਿੱਤਾ? ਸ਼ਿਆਮ ਸੁੰਦਰ ਦਾਸ ਜੀ ਨੇ। ਉਹਨਾਂ ਨੇ ਕੀ ਕਿਹਾ? ਭਾਸ਼ਾ ਵਿਗਿਆਨ ਵਿਆਕਰਨ ਦਾ ਵੀ ਵਿਆਕਰਨ ਹੈ, ਠੀਕ ਹੈ। ਵਿਆਕਰਨ ਤੋਂ ਵੀ ਉੱਪਰ ਮੰਨਿਆ ਕਿਸ ਨੂੰ? ਭਾਸ਼ਾ ਵਿਗਿਆਨ ਨੂੰ। ਇਸ ਤੋਂ ਬਾਅਦ ਜੇ ਆਪਾਂ ਅਗਲਾ ਪ੍ਰਸ਼ਨ ਦੇਖੀਏ ਤਾਂ ਇਸ ਦੇ ਵਿੱਚ ਪੁੱਛਿਆ ਗਿਆ ਕਿ ਭਾਸ਼ਾ ਵਿਗਿਆਨ ਨੂੰ ਸਮੱਗਰੀ ਪ੍ਰਦਾਨ ਕੌਣ ਕਰਦਾ ਹੈ, ਠੀਕ ਹੈ। ਉਹ ਭਾਸ਼ਾ ਵਿਗਿਆਨ ਤਾਂ ਹੀ ਕੰਮ ਕਰੂ ਨਾ ਜੇ ਉਹਨੂੰ ਕੋਈ ਮਟੀਰੀਅਲ ਮਿਲੂਗਾ, ਠੀਕ ਹੈ। ਜੇ ਕੋਈ ਸਿਧਾਂਤ ਬਣਾਊਗਾ ਤਾਂ ਫਿਰ ਹੀ ਉਹਦੀ ਪੜਚੋਲ ਹੋਊਗੀ, ਫਿਰ ਹੀ ਉਹਦਾ ਵਿਸ਼ਲੇਸ਼ਣ ਹੋਊਗਾ। ਤਾਂ ਇਸ ਲਈ ਸਮੱਗਰੀ ਪ੍ਰਦਾਨ ਕਰਦੀ ਹੈ ਜੀ ਵਿਆਕਰਨ। ਇਸ ਦਾ ਉੱਤਰ ਕੀ ਆਏਗਾ? ਵਿਆਕਰਨ। ਇਸ ਤੋਂ ਬਾਅਦ ਜੋ ਸ਼ਬਦ ਨੇ ਉਹਨਾਂ ਦੇ ਅਰਥਾਂ ਦੇ ਵਿੱਚ ਪਰਿਵਰਤਨ ਆਉਂਦਾ ਹੈ, ਠੀਕ ਹੈ। ਤਾਂ ਇਸ ਪਰਿਵਰਤਨ ਬਾਰੇ ਜਾਣਨ ਲਈ ਭਾਸ਼ਾ ਵਿਗਿਆਨ ਸਹਾਇਤਾ ਕਿਹਦੀ ਲੈਂਦਾ? ਹੁਣ ਇਹ ਤੁਸੀਂ ਧਿਆਨ ਨਾਲ ਕਰ ਲੈਣਾ, ਥੋੜ੍ਹਾ ਡਿਫਰੈਂਟ ਜਿਹਾ ਪ੍ਰਸ਼ਨ ਹੈ, ਠੀਕ ਹੈ, ਅਜੀਬ ਜਿਹਾ। ਵੀ ਸ਼ਬਦਾਂ ਦਾ ਅਰਥ ਹੈ ਜਿਹੜਾ ਉਹਦੇ 'ਚ ਪਰਿਵਰਤਨ ਆ ਜਾਂਦਾ ਹੈ। ਬਣਾਉਂਦੇ ਆਪਾਂ ਕਿਸੇ ਹੋਰ ਚੀਜ਼ ਲਈ ਆ ਉਹ ਸ਼ਬਦ, ਪਰ ਬਾਅਦ ਦੇ ਵਿੱਚ ਉਹ ਪ੍ਰਯੋਗ ਕਿਸੇ ਹੋਰ ਚੀਜ਼ ਲਈ ਹੋਣ ਲੱਗ ਜਾਂਦਾ ਹੈ। ਤਾਂ ਅਜਿਹਾ ਕਿਉਂ ਹੁੰਦਾ ਹੈ? ਕੌਣ ਦੱਸਦਾ ਭਾਸ਼ਾ ਵਿਗਿਆਨ ਨੂੰ ਕਿ ਅਜਿਹਾ ਕਿਉਂ ਹੋਇਆ? ਤਾਂ ਉਹ ਦੱਸਦਾ ਜੀ ਸਮਾਜ ਵਿਗਿਆਨ, ਠੀਕ ਹੈ। ਹੁਣ ਇਹਦੀ ਇੱਕ ਐਗਜ਼ਾਮਪਲ ਲੈ ਲਈਏ ਆਪਾਂ। ਜਿਸ ਤਰ੍ਹਾਂ ਜਿਹੜਾ ਭੋਗ ਸ਼ਬਦ ਹੈ, ਭੋਗ ਆਪਾਂ ਕਹਿੰਦੇ ਆਂਗੇ, ਜੇ ਆਪਾਂ ਸਿੱਖ ਧਰਮ ਦੇ ਵਿੱਚ ਇਸ ਨੂੰ ਲਈਏ ਤਾਂ ਉਹ ਵਰਤਿਆ ਜਾਂਦਾ ਹੈ ਕਿ ਜੋ ਖਾਣ ਵਾਲੀ ਚੀਜ਼, ਠੀਕ ਹੈ, ਭੋਗ ਪ੍ਰਸ਼ਾਦ ਇਸ ਦੇ ਵਿੱਚ ਵੀ ਵਰਤਿਆ ਜਾਂਦਾ। ਇਸ ਤੋਂ ਇਲਾਵਾ ਜਦੋਂ ਕਿਸੇ ਪ੍ਰਾਣੀ ਦੀ ਡੈਥ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ, ਠੀਕ ਹੈ, ਤਾਂ ਉਸ ਦੇ ਲਈ ਜੋ ਪਾਠ ਰਖਵਾਉਂਦੇ ਨੇ ਉਸ ਤੋਂ ਬਾਅਦ ਉਸ ਦਾ ਭੋਗ ਪੈਂਦਾ। ਤਾਂ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸੰਕਲਪ ਹੈਗਾ ਉਹ ਕਿਸ ਤਰ੍ਹਾਂ ਬਣਿਆ, ਕਿਵੇਂ ਬਣਿਆ? ਉਹ ਬਣਿਆ ਜੀ ਸਮਾਜ ਦੇ ਅਨੁਸਾਰ। ਹੁਣ ਪਹਿਲਾਂ ਸਿਰਫ ਲਿਆ ਜਾਂਦਾ ਸੀ ਕਿ ਜੋ ਕਿਸੇ ਦੀ ਮੌਤ ਹੋ ਗਈ ਤਾਂ ਪਾਠ ਸੰਪੂਰਨ ਹੋਇਆ ਜਦੋਂ ਉਸ ਨੂੰ ਕਿਹਾ ਜਾਂਦਾ ਸੀ ਕਿ ਭੋਗ ਪਾਇਆ ਜਾਂਦਾ ਹੈ। ਪਰ ਹੁਣ ਆਪਾਂ ਹਰੇਕ ਗੱਲ ਲਈ ਹੀ ਕਹਿਣ ਲੱਗ ਗਏ ਕਿ ਅੱਜ ਆਹ ਕੰਮ ਦਾ ਭੋਗ ਪੈ ਗਿਆ, ਠੀਕ ਹੈ। ਜੇ ਕੋਈ ਈਵਨ ਕਿ ਹੋਮਵਰਕ ਵੀ ਆਪਾਂ ਕੰਪਲੀਟ ਕਰ ਲੈਂਦੇ ਹਾਂ, ਸਿਲੇਬਸ ਵੀ ਕੰਪਲੀਟ ਕਰ ਲੈਂਦੇ ਹਾਂ, ਉੱਥੇ ਵੀ ਆਪਾਂ ਕਹਿੰਦੇ ਹਾਂ ਵੀ ਅੱਜ ਦਾ ਭੋਗ ਪਾਤਾ। ਤਾਂ ਉਹ ਚੀਜ਼ ਨੂੰ ਅਰਥ ਨਵੇਂ ਮਿਲ ਗਏ, ਕਿਸ ਨੇ ਦਿੱਤੇ? ਸਮਾਜ ਨੇ ਦਿੱਤੇ, ਠੀਕ ਹੈ ਜੀ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਜੋ ਭਾਸ਼ਾ ਵਿਗਿਆਨ ਹੈ ਨਾ, ਇਹ ਇਕੱਲਾ ਹੀ ਕੰਮ ਨਹੀਂ ਕਰਦਾ, ਇਹ ਆਪ ਦੇ ਨਾਲ ਬਾਕੀ ਵਿਗਿਆਨਾਂ ਦੀ ਵੀ ਸਹਾਇਤਾ ਲੈਂਦਾ। ਭਾਸ਼ਾ ਵਿਗਿਆਨ ਬਾਕੀ ਵਿਗਿਆਨਾਂ ਨੂੰ ਵੀ ਆਪਣੇ ਵਿਸ਼ਾ ਖੇਤਰ ਦਾ ਹਿੱਸਾ ਬਣਾਉਂਦਾ ਹੈ। ਜਿਸ ਤਰ੍ਹਾਂ ਆਪਾਂ ਸਮਾਜ ਵਿਗਿਆਨ ਦੀ ਗੱਲ ਕਰ ਲਈ, ਇਸ ਤਰ੍ਹਾਂ ਮਨੋਵਿਗਿਆਨ ਦਾ ਜਿਹੜਾ ਹੈਲਪ ਹੈ ਉਹ ਵੀ ਲੈਂਦਾ ਹੈਗਾ ਭਾਸ਼ਾ ਵਿਗਿਆਨ, ਠੀਕ ਹੈ। ਅਲੱਗ-ਅਲੱਗ ਵਿਗਿਆਨਾਂ ਦੀ ਮਦਦ ਲੈਂਦਾ। ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਬੋਲੀ ਦੇ ਅਦਾਰੇ। ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਜੀ, ਧਿਆਨ ਨਾਲ ਕਰ ਲਿਓ ਇਹਨੂੰ। ਜੇ ਸਧਾਰਨ ਰੂਪ ਵਿੱਚ ਦੇਖੀਏ ਆਪਾਂ ਤਾਂ ਬੋਲੀ ਦੇ 3 ਆਧਾਰ ਨੇ, ਮਾਨਸਿਕ, ਸਰੀਰਕ ਅਤੇ ਸਮਾਜਿਕ। ਇਹ ਪਹਿਲਾ, ਇਹ ਦੂਸਰਾ ਅਤੇ ਇਹ ਤੀਸਰਾ। ਕ੍ਰਮ ਯਾਦ ਰੱਖਿਓ ਇਹਨਾਂ ਦਾ। ਪਰ ਜੋ ਪੀਡੀ ਗੁਣੇ ਨੇ, ਇਹ ਵਿਦਵਾਨ ਨੇ, ਇਹਨਾਂ ਨੇ ਸਿਰਫ 2 ਆਧਾਰ ਹੀ ਮੰਨੇ ਨੇ। ਕਿਹੜੇ? ਮਾਨਸਿਕ ਅਤੇ ਸਰੀਰਕ। ਇਹ ਸਮਾਜਿਕ ਨੂੰ ਨਹੀਂ ਮੰਨਦੇ, ਠੀਕ ਹੈ। ਇਹ ਚੀਜ਼ ਤੁਸੀਂ ਯਾਦ ਰੱਖ ਲੈਣੀ ਹੈ ਕਿ ਇਹ ਸਮਾਜਿਕ ਨੂੰ ਨਹੀਂ ਮੰਨਦੇ। ਹੁਣ ਮਾਨਸਿਕ ਦੇ ਵਿੱਚ ਕੀ ਆ ਜਾਂਦਾ ਹੈ? ਤਾਂ ਮਾਨਸਿਕ ਆਧਾਰ ਕਿਉਂ ਮੰਨਿਆ ਜਾਂਦਾ ਹੈ? ਮਾਨਸਿਕ ਵਿੱਚ ਕੀ ਹੁੰਦਾ? ਜਿਸ ਤਰ੍ਹਾਂ ਆਪਾਂ ਇੱਕ ਐਗਜ਼ਾਮਪਲ ਲੈ ਲਈਏ ਇਹਨੂੰ ਪੜ੍ਹਨ ਤੋਂ ਪਹਿਲਾਂ, ਕਿ ਆਪਾਂ ਰੋਟੀ ਖਾਣੀ ਹੈ, ਠੀਕ ਹੈ, ਜਾਂ ਪਾਣੀ ਪੀਣਾ। ਚਲੋ ਪਾਣੀ ਪੀਣ ਦੀ ਉਦਾਹਰਨ ਲੈ ਲੈਂਦੇ ਆਪਾਂ। ਹੁਣ ਆਪਾਂ ਨੂੰ ਪਾਣੀ ਚਾਹੀਦਾ, ਤਾਂ ਇਸ ਤੋਂ ਪਹਿਲਾਂ ਕਿ ਆਪਾਂ ਕਿਸੇ ਨੂੰ ਕਹੀਏ ਕਿ ਮੈਨੂੰ ਪਾਣੀ ਦੇ, ਜਾਂ ਆਪਾਂ ਆਪ ਉੱਠ ਕੇ ਜਾਈਏ, ਤਾਂ ਉਸ ਤੋਂ ਪਹਿਲਾਂ ਹੀ ਸਾਡੇ ਦਿਮਾਗ ਦੇ ਵਿੱਚ ਇੱਕ ਚਿੱਤਰ ਬਣਦਾ ਹੈ। ਉਹ ਚਿੱਤਰ ਕਿਹਦਾ ਬਣਦਾ ਹੈ? ਪਾਣੀ ਦਾ। ਇਹ ਆਪਣੇ ਨਾਲ ਹੁੰਦਾ, ਠੀਕ ਹੈ, ਆਪਣੀ ਰੀਅਲ ਲਾਈਫ ਦੀਆਂ ਹੀ ਐਗਜ਼ਾਮਪਲਸ ਨੇ। ਤਾਂ
ਉਹ ਬਿੰਬ ਹੁਣ ਅਲੱਗ-ਅਲੱਗ ਹੀ ਬਣਦਾ ਹੋਊਗਾ। ਜਿਸ ਤਰ੍ਹਾਂ ਹੁਣ ਤੁਹਾਨੂੰ ਪਤਾ ਹੋਊਗਾ ਤੁਸੀਂ ਕਿੱਥੇ ਜਾ ਕੇ ਪਾਣੀ ਪੀਂਦੇ ਹੋ, ਵਾਟਰ ਕੂਲਰ 'ਚੋਂ ਪੀਂਦੇ ਹੋ, ਜਾ ਕੇ ਫਰਿੱਜ ਵਿੱਚੋਂ ਕੱਢ ਕੇ ਪੀ ਲੈਂਦੇ ਹੋ, ਜਾਂ ਫਿਰ ਫਿਲਟਰ 'ਤੇ ਜਾ ਕੇ ਡਾਇਰੈਕਟ, ਜਾਂ ਫਿਰ ਟੈਪ ਤੋਂ ਪੀ ਲੈਂਦੇ ਹੋ, ਹੈ ਨਾ। ਅਲੱਗ-ਅਲੱਗ ਆਪਾਂ ਉੱਥੇ ਉਸ ਦਾ ਹੀ ਵਿਊ ਬਣੂਗਾ ਨਾ ਜਿੱਥੇ ਜਾ ਕੇ ਆਪਾਂ ਪਾਣੀ ਪੀਣਾ, ਠੀਕ ਹੈ। ਜਾਂ ਫਿਰ ਪਾਣੀ ਦਾ ਵਿਊ ਬਣੂ, ਮਤਲਬ ਪਾਣੀ ਸਾਨੂੰ ਦਿਖੂਗਾ ਹੀ ਦਿਖੂਗਾ, ਫਿਰ ਕਿਤੇ ਜਾ ਕੇ ਅਸੀਂ ਪਾਣੀ ਪੀਂਦੇ ਹਾਂ, ਠੀਕ ਹੈ। ਤਾਂ ਉਹ ਕੀ ਹੁੰਦਾ ਜੀ, ਮਾਨਸਿਕ। ਪਹਿਲਾਂ ਸਾਡੇ ਦਿਮਾਗ ਦੇ ਵਿੱਚ ਚਿੱਤਰ ਬਣਦਾ, ਠੀਕ ਹੈ, ਉਸ ਤੋਂ ਬਾਅਦ ਉਹਦਾ ਪ੍ਰਗਟਾਵਾ ਕਰਦੇ ਹਾਂ ਅਸੀਂ, ਹਾਂ ਕਿ ਮੈਨੂੰ ਪਾਣੀ ਚਾਹੀਦਾ। ਦੂਸਰਾ ਜੀ ਸਰੀਰਕ। ਹੁਣ ਜੇ ਮਨ ਦੇ ਵਿੱਚ ਸੰਕਲਪ ਬਣਿਆ ਪਾਣੀ ਪੀਣ ਦਾ, ਤਾਂ ਆਟੋਮੈਟਿਕਲੀ ਜਿਹੜੀਆਂ ਸਾਡੀਆਂ ਸੁਰ ਤੰਦਾਂ ਉਹ ਕੰਮ ਕਰਨਗੀਆਂ ਅਤੇ ਸਾਡੇ ਮੂੰਹ 'ਚੋਂ ਕੀ ਨਿਕਲੇਗਾ, ਪਾਣੀ ਨਾਲ ਸੰਬੰਧਿਤ ਵਾਕ ਨਿਕਲੇਗਾ, ਜਾਂ ਮੈਨੂੰ ਪਾਣੀ ਦਿਓ, ਜਾਂ ਮੈਂ ਪਾਣੀ ਪੀਣਾ, ਅਤੇ ਜਾਂ ਫਿਰ ਆਪਾਂ ਉੱਠ ਕੇ ਪਾਣੀ ਪੀ ਲਵਾਂਗੇ, ਠੀਕ ਹੈ। ਉਹ ਸਰੀਰਕ ਕਾਰਜ ਕਰਾਂਗੇ ਆਪਾਂ। ਤਾਂ ਉਹਦੇ ਵਿੱਚ ਹੈਲਪ ਕਰਦੇ ਆਪਣੀ ਉਚਾਰਨ ਅੰਗ, ਕਿ ਆਪਾਂ ਕਿਸੇ ਤੋਂ ਪਾਣੀ ਮੰਗ ਰਹੇ ਹਾਂ। ਉਚਾਰਨ ਅੰਗ ਹੀ ਹੈਲਪ ਕਰਨਗੇ ਨਾ ਬੋਲਣ ਦੇ ਵਿੱਚ, ਠੀਕ ਹੈ। ਤਾਂ ਇਸ ਨੂੰ ਕਿਹਾ ਜਾਂਦਾ ਹੈ ਸਾਰਥਕ ਧੁਨੀ। ਹੁਣ ਇਹ ਵੀ ਚੀਜ਼ ਯਾਦ ਰੱਖਣੀ ਆ ਕਿ ਜੋ ਸਰੀਰਕ ਆਧਾਰ ਹੈ ਨਾ ਬੋਲੀ ਦਾ, ਤਾਂ ਉਸ ਦੀ ਪ੍ਰਧਾਨ ਇਕਾਈ ਕੀ ਆ, ਉਸ ਦੀ ਪ੍ਰਧਾਨ ਇਕਾਈ ਆ ਸਾਰਥਕ ਧੁਨੀ, ਠੀਕ ਹੈ ਜੀ। ਅਤੇ ਜੋ ਮਾਨਸਿਕ ਹੈ, ਮਾਨਸਿਕ ਆਧਾਰ ਹੈ, ਉਸ ਦੀ ਪ੍ਰਧਾਨ ਇਕਾਈ ਹੈ ਵਿਚਾਰ। ਜੇ ਵਿਚਾਰ ਆਊਗਾ ਫਿਰ ਹੀ ਅਸੀਂ ਕੋਈ ਚੀਜ਼ ਮੰਗਾਂਗੇ ਜਾਂ ਬੋਲਾਂਗੇ, ਠੀਕ ਹੈ ਜੀ। ਇਸ ਤੋਂ ਬਾਅਦ ਅਸੀਂ ਗੱਲ ਕਰੀਏ, ਇਹ ਦੋਨੇ ਪ੍ਰਸ਼ਨ ਇੰਪੋਰਟੈਂਟ, ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਿਓ, ਕਿ ਬੋਲੀ ਦੇ ਪ੍ਰਾਣ ਕਿਸ ਨੂੰ ਸਮਝਿਆ ਜਾਂਦਾ ਹੈ। ਬੋਲੀ ਦੇ ਪ੍ਰਾਣ ਹੁੰਦੇ ਨੇ ਵਿਚਾਰ, ਜੋ ਸਾਡੇ ਵਿਚਾਰ ਨੇ, ਜੋ ਅਸੀਂ ਸੋਚਦੇ ਹਾਂ, ਜੋ ਸਾਡੇ ਸੰਕਲਪ ਨੇ। ਇਸ ਤੋਂ ਬਾਅਦ ਬੋਲੀ ਦਾ ਸਰੀਰ ਕੀ ਹੈ, ਸ਼ਬਦ, ਠੀਕ ਹੈ। ਉਹ ਵਿਚਾਰ ਤਾਂ ਅਦ੍ਰਿਸ਼ ਨੇ, ਨਾ ਕਿਸੇ ਨੂੰ ਪਤਾ ਉਹਨਾਂ ਵਿਚਾਰਾਂ ਦਾ, ਕਿਉਂਕਿ ਉਹ ਕੀ ਨੇ, ਸਾਡੀ ਅੰਤਰਮੁਖੀ ਕਿਰਿਆ, ਸਾਡੇ ਅੰਦਰ ਚੱਲਣ ਵਾਲੀ ਕਿਰਿਆ, ਕਿ ਅਸੀਂ ਅੰਦਰ ਕੀ ਸੋਚ ਰਹੇ ਹਾਂ, ਦਿਮਾਗ ਦੇ ਵਿੱਚ ਕੀ ਚੱਲ ਰਿਹਾ, ਤਾਂ ਉਹ ਪ੍ਰਾਣ ਨੇ। ਕਿਉਂਕਿ ਪ੍ਰਾਣ ਤਾਂ ਹੁਣ ਦਿਖਦੇ ਵੀ ਨਹੀਂ ਹੁੰਦੇ ਨਾ, ਕਿਸੇ ਨੂੰ ਮਹਿਸੂਸ ਵੀ ਨਹੀਂ ਹੁੰਦੇ ਨਾ ਦੂਸਰੇ ਨੂੰ, ਪਰ ਜਦੋਂ ਅਸੀਂ ਉਹਨਾਂ ਵਿਚਾਰਾਂ ਨੂੰ ਆਪਣੇ ਮੂੰਹ ਰਾਹੀਂ ਬਾਹਰ ਕੱਢਦੇ ਹਾਂ ਤਾਂ ਉਹ ਬਣ ਜਾਂਦੇ ਨੇ ਸਾਡੇ ਸ਼ਬਦ, ਠੀਕ ਹੈ। ਤਾਂ ਸਰੀਰ ਹੈ ਜੀ ਬੋਲੀ ਦਾ, ਸ਼ਬਦ, ਅਤੇ ਪ੍ਰਾਣ ਨੇ ਵਿਚਾਰ। ਇਸ ਤੋਂ ਬਾਅਦ ਜੋ ਪੀੜੀ ਗੁਣੇ ਆ ਉਹਨਾਂ ਦੇ ਅਨੁਸਾਰ ਬੋਲੀ ਦੀਆਂ ਕਿਸਮਾਂ। ਵੈਸੇ ਆਪਾਂ ਬੋਲੀ ਦੀਆਂ ਕਿਸਮਾਂ ਡਿਟੇਲ ਦੇ ਵਿੱਚ ਸਭ ਕੁਛ ਪੜ੍ਹ ਚੁੱਕੇ ਹਾਂ, ਤਾਂ ਇਹ ਥੋੜ੍ਹਾ ਜਿਹਾ ਅਲੱਗ ਦਾ ਸੀ, ਇਸ ਕਰਕੇ ਮੈਂ ਸ਼ਾਮਿਲ ਕਰ ਲਿਆ। ਕਈ ਵਾਰ ਸਪੈਸ਼ਲ ਇਹਦਾ ਨਾਮ ਲੈ ਕੇ ਪੁੱਛ ਲੈਂਦੇ ਨੇ ਕੁਐਸਚਨ। ਤਾਂ ਇਹਨਾਂ ਨੇ ਬੋਲੀ ਦੀਆਂ ਦੋ ਕਿਸਮਾਂ ਮੰਨੀਆਂ ਨੇ, ਬਾਹਰਲੀ ਅਤੇ ਅੰਦਰਲੀ। ਇਹਨੂੰ ਆਪਾਂ ਡਿਟੇਲ ਦੇ ਵਿੱਚ ਕਰ ਲਿਆ, ਆਪਾਂ ਜ਼ਿਆਦਾ ਨਹੀਂ ਪੜ੍ਹਾਂਗੇ। ਬਾਹਰਲੀ ਦੇ ਵਿੱਚ ਕੀ ਆ ਜਾਂਦਾ, ਜੋ ਸਾਡੇ ਮੂੰਹ ਦੇ ਵਿੱਚੋਂ ਧੁਨੀਆਂ ਨਿਕਲਦੀਆਂ ਨੇ, ਅਤੇ ਅੰਦਰਲੀ ਦੇ ਵਿੱਚ ਜੋ ਅਸੀਂ ਸੋਚਦੇ ਹਾਂ, ਸੰਕਲਪ ਬਣਦੇ ਨੇ। ਇਸ ਤੋਂ ਬਾਅਦ ਇਹ ਕੁਐਸਚਨ ਵੀ ਰਿਪੀਟਡ ਹੈ ਕਿ ਬੋਲੀ ਦੀ ਪ੍ਰਕਿਰਤੀ ਕੀ ਹੈ। ਬੋਲੀ ਦੀ ਜੋ ਪ੍ਰਕਿਰਤੀ ਹੈ ਉਹ ਦੋ ਤਰ੍ਹਾਂ ਦੀ ਹੈ। ਕਿਹੜੀ ਕਿਹੜੀ? ਮੌਖਿਕ, ਜੋ ਬੋਲ ਚਾਲ ਦੀ ਹੈ, ਲਿਖਿਤ, ਜੋ ਅਸੀਂ ਲਿਖਦੇ ਹਾਂ। ਪਰ ਜੇ ਹੁਣ ਇੱਥੇ ਮੂਲ ਪ੍ਰਕਿਰਤੀ ਪੁੱਛ ਲਿਆ ਉਹਨਾਂ ਨੇ, ਮੂਲ ਸ਼ਬਦ ਐਡ ਕਰ ਲਿਆ, ਤਾਂ ਫਿਰ ਆਪਾਂ ਮੌਖਿਕ ਹੀ ਲਿਖਾਂਗੇ, ਕਿਉਂਕਿ ਪਹਿਲੀ ਪ੍ਰਕਿਰਤੀ ਮੌਖਿਕ ਹੈ। ਉਸ ਤੋਂ ਬਾਅਦ ਹੈ ਜੀ ਲਿਪੀ ਦੇ ਨਿਯਮਾਂ ਤੋਂ ਬਾਹਰ ਹੁੰਦੀ ਹੈ। ਕਿਹੜੀ ਭਾਸ਼ਾ? ਮੌਖਿਕ ਭਾਸ਼ਾ। ਇਹ ਕੁਐਸਚਨ ਵੀ ਇੱਕ ਵਾਰ ਆਇਆ ਹੋਇਆ, ਇਹਨੂੰ ਧਿਆਨ ਨਾਲ ਕਰ ਲਿਓ ਕਿ ਲਿਪੀ ਦੇ ਜਿਹੜੇ ਨਿਯਮ ਆ ਉਹ ਲਾਗੂ ਹੁੰਦੇ ਨੇ ਮੌਖਿਕ ਭਾਸ਼ਾ 'ਤੇ ਜਾਂ ਨਹੀਂ। ਦੇਖੋ ਹੁੰਦੇ ਤਾਂ ਹੈਗੇ ਆ, ਪਰ ਆਪਾਂ 100% ਨਹੀਂ ਕਹਿ ਸਕਦੇ, ਕਿਉਂਕਿ ਲਿਖਤੀ ਭਾਸ਼ਾ ਜਦੋਂ ਆਪਾਂ ਲਿਖਦੇ ਹਾਂ ਤਾਂ ਆਪਾਂ ਨੂੰ ਬਿਲਕੁਲ ਸਹੀ ਲਿਖਣੀ ਪੈਂਦੀ ਹੈ, ਨਿਯਮਾਂ ਦੇ ਅਨੁਸਾਰ ਲਿਖਣੀ ਪੈਂਦੀ ਹੈ। ਇਸੇ ਉਲਟ ਬੋਲਣ ਵੇਲੇ ਆਪਾਂ ਹੇਰ ਫੇਰ ਸ਼ਬਦਾਂ ਦੀ ਕਰ ਲੈਂਦੇ ਹਾਂ, ਠੀਕ ਹੈ। ਜ਼ਰੂਰੀ ਤਾਂ ਨਹੀਂ ਆਪਾਂ ਜਿਵੇਂ ਵਿਆਕਰਨ ਦੇ ਨਿਯਮ ਆਪਾਂ ਉਵੇਂ ਹੀ ਬੋਲਦੇ ਹਾਂ, ਨਹੀਂ ਬੋਲਦੇ ਨਾ, ਪਰ ਜਦੋਂ ਆਪਾਂ ਕਿਸੇ ਚੀਜ਼ ਨੂੰ ਲਿਖਣਾ ਤਾਂ ਉੱਥੋਂ ਸਾਨੂੰ ਸਾਰੇ ਨਿਯਮ ਫੋਲੋ ਕਰਨੇ ਪੈਂਦੇ ਆ, ਠੀਕ ਹੈ ਜੀ। ਜਿਸ ਤਰ੍ਹਾਂ ਆਪਾਂ ਉਦਾਹਰਨ ਵੀ ਲੈ ਲੈਂਦੇ ਹਾਂ, ਆਪਾਂ ਬੋਲਦੇ ਹਾਂ, ਵੈਸੇ ਲਿਖਦੇ ਹਾਂ 10ਵੀਂ 8ਵੀਂ, ਠੀਕ ਹੈ, ਉਹਨੂੰ ਲਿਖਦੇ ਹਾਂ ਆਪਾਂ ਦੱਦਾ ਸੱਸਾ ਵਾਵੇ ਨੂੰ ਵਿਹਾਰੀ ਉੱਤੇ ਬਿੰਦੀ। ਬੋਲਣ ਦੇ ਵਿੱਚ ਜਿਵੇਂ ਮਲਵਈ ਵਾਲੇ ਖਾਸ ਕਰਕੇ 10ਵੀਂ ਆਪਾਂ ਬੋਲਦੇ ਹਾਂ ਦੱਦਾ ਸੱਸਾ ਮੰਮੇ ਨੂੰ ਵਿਹਾਰੀ ਉੱਤੇ ਬਿੰਦੀ, ਤਾਂ ਉੱਥੇ ਫਿਰ ਉਹ ਨਿਯਮ ਲਾਗੂ ਨਹੀਂ ਹੁੰਦੇ, 100% ਲਾਗੂ ਨਹੀਂ ਹੁੰਦੇ। ਵੈਸੇ ਹੁੰਦੇ ਤਾਂ ਹੈਗੇ ਆ, ਠੀਕ ਹੈ, ਪੂਰੇ ਨਹੀਂ ਕਹਿ ਸਕਦੇ ਆਪਾਂ। ਇਸ ਤੋਂ ਬਾਅਦ ਇੱਕ ਬੁੱਕ ਹੈ, ਤੁਸੀਂ ਯਾਦ ਕਰ ਲੈਣੀ ਹੈ, ਵੇਟਨੇ ਦੀ ਲਾਈਫ ਐਂਡ ਗਰੋਥ ਆਫ ਲੈਂਗੁਏਜ। ਇਹਦੇ ਵਿੱਚ ਇਹਨੇ ਕਾਫੀ ਵਿਸ਼ੇਸ਼ਤਾਵਾਂ ਅਲੱਗ ਦੀਆਂ ਦਿੱਤੀਆਂ ਨੇ ਭਾਸ਼ਾ ਦੀਆਂ। ਪਹਿਲੀ ਕੀ ਕਿ ਬੋਲੀ ਵਿਰਾਸਤੀ ਨਹੀਂ ਹੈ, ਠੀਕ ਹੈ, ਵਿਰਾਸਤ ਦੇ ਵਿੱਚ ਨਹੀਂ ਮਿਲੀ ਹੋਈ। ਇੱਥੇ ਕਨਫਿਊਜ਼ਨ ਹੁੰਦੀ ਹੈ ਕਿ ਇੱਕ ਪਾਸੇ ਤਾਂ ਆਪਾਂ ਕਹਿੰਦੇ ਹਾਂ ਜੋ ਬੱਚਾ ਆਪਣੇ ਮਾਂ ਬਾਪ ਤੋਂ ਸਿੱਖਦਾ ਹੈ ਮਾਤ ਭਾਸ਼ਾ, ਦੂਜੇ ਪਾਸੇ ਆਪਾਂ ਕਹਿ ਰਹੇ ਹਾਂ ਕਿ ਵਿਰਾਸਤੀ ਨਹੀਂ ਹੈ। ਹੁਣ ਵਿਰਾਸਤ ਦਾ ਮਤਲਬ, ਵਿਰਾਸਤ ਕੀ ਹੁੰਦੀ ਹੈ? ਜੋ ਸਾਨੂੰ ਵਿਰਸੇ ਦੇ ਵਿੱਚ ਮਿਲਦੀ ਹੈ, ਠੀਕ ਹੈ। ਪਹਿਲਾਂ ਤੋਂ ਜਿਹੜੇ ਸਾਡੇ ਦਾਦੇ ਪੜਦਾਦੇ ਆ ਉਸ ਤਰ੍ਹਾਂ ਚੱਲਦੀ ਆਉਂਦੀ ਹੈ, ਠੀਕ ਹੈ, ਉਹ ਚੀਜ਼ ਸਾਨੂੰ ਮਿਲ ਜਾਂਦੀ ਹੈ ਬਿਨਾਂ ਕੋਈ ਯਤਨ ਕੀਤੇ। ਪਰ ਹੁਣ ਜਦੋਂ ਇੱਕ ਜਿਹੜਾ ਪੰਜਾਬੀ ਬੱਚਾ, ਉਹਦੀ ਜਿਹੜੀ ਅਪਬ੍ਰਿੰਗਿੰਗ ਹੋ ਰਹੀ ਹੈ, ਠੀਕ ਹੈ, ਉਹਦਾ ਪਾਲਣ ਪੋਸ਼ਣ ਹੋ ਰਿਹਾ, ਉਹ ਕਿਤੇ ਹੋ ਰਿਹਾ, ਕਿਸੇ ਬਾਹਰਲੀ ਕੰਟਰੀ ਦੇ ਵਿੱਚ ਹੋ ਰਿਹਾ, ਠੀਕ ਹੈ, ਤਾਂ ਫਿਰ ਤਾਂ ਉਹ ਉਸੇ ਤਰ੍ਹਾਂ ਹੀ ਬੋਲੇਗਾ ਨਾ ਜਿੱਥੇ ਉਹ ਰਹਿ ਰਿਹਾ।
ਜਿਸ ਤਰ੍ਹਾਂ ਦੇ ਇਨਵਾਇਰਮੈਂਟ ਦੇ ਵਿੱਚ ਉਹ ਰਹਿ ਰਿਹਾ ਤੇ ਉਹ ਪੂਰੀ ਤਰ੍ਹਾਂ ਪੰਜਾਬੀ ਨਹੀਂ ਬੋਲ ਪਾਏਗਾ। ਠੀਕ ਹੈ, ਜੇ ਉਹ ਬੱਚਾ ਮਹਾਰਾਸ਼ਟਰ ਦੇ ਵਿੱਚ ਹੈ ਤਾਂ ਉਸ ਦੇ ਉੱਤੇ ਉਹੀ ਪ੍ਰਭਾਵ ਪਵੇਗਾ ਜੋ ਉਸ ਦੇ ਆਲੇ ਦੁਆਲੇ ਦਾ ਹੋਏਗਾ। ਠੀਕ ਹੈ, ਤਾਂ ਭਾਸ਼ਾ ਜਿਹੜੀ ਉਹ ਪ੍ਰਾਪਤ ਕੀਤੀ ਜਾਂਦੀ ਹੈ ਜਾਂ ਫਿਰ ਸਿੱਖੀ ਜਾਂਦੀ ਹੈ, ਇਹ ਵਿਰਸੇ ਦੇ ਵਿੱਚ ਨਹੀਂ ਮਿਲਦੀ। ਠੀਕ ਹੈ ਜੀ। ਦੂਸਰਾ ਹੈ ਜੀ ਮਾਂ ਬੋਲੀ ਪ੍ਰਾਪਤ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਇਹ ਕਿਸ ਦੁਆਰਾ ਪ੍ਰਾਪਤ ਹੁੰਦੀ ਹੈ? ਨਕਲ ਦੁਆਰਾ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ ਘਰ ਦੇ ਬੋਲਦੇ ਨੇ ਬੱਚਾ ਉਸੇ ਤਰ੍ਹਾਂ ਹੀ ਸਿੱਖਦਾ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਦੂਸਰੀਆਂ ਬੋਲੀਆਂ ਜਿਹੜੀਆਂ ਮਾਤ ਭਾਸ਼ਾ ਤੋਂ ਬਿਨਾਂ ਜਿਹੜੀਆਂ ਬੋਲੀਆਂ ਆਪਾਂ ਸਿੱਖਦੇ ਹਾਂ, ਜਿਸ ਤਰ੍ਹਾਂ ਆਪਾਂ ਹਿੰਦੀ ਸਿੱਖੀ ਹੈ ਪੰਜਾਬੀਆਂ ਨੇ, ਠੀਕ ਹੈ, ਅੰਗਰੇਜ਼ੀ ਸਿੱਖੀ ਹੈ, ਤਾਂ ਉਹਨਾਂ ਦਾ ਆਧਾਰ ਕੀ ਆ? ਸਿੱਖਣਾ ਆਧਾਰ ਹੈ। ਉਹ ਸਾਨੂੰ ਸਿੱਖਣੀ ਹੀ ਪੈਂਦੀ ਆ, ਉਹਦੀ ਗ੍ਰੈਮਰ ਸਾਨੂੰ ਪੜ੍ਹਨੀ ਪੈਂਦੀ ਆ, ਉਹਦੀ ਵਰਨਮਾਲਾ ਸਿੱਖਣੀ ਪੈਂਦੀ ਆ, ਅਲੱਗ-ਅਲੱਗ ਚੀਜ਼ਾਂ। ਠੀਕ ਹੈ, ਪਰ ਮਾਤ ਭਾਸ਼ਾ ਅਸੀਂ ਆਪਣੇ ਮੰਮੀ ਡੈਡੀ ਤੋਂ ਹੀ ਪ੍ਰਾਪਤ ਕੀਤੀ ਹੈ ਜਾਂ ਆਪਣੇ ਘਰਦਿਆਂ ਤੋਂ ਹੀ ਪ੍ਰਾਪਤ ਕੀਤੀ ਹੈ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੈ ਜੀ ਬੋਲੀ ਦੇਣ ਕਿਸ ਦੀ ਹੈ? ਬੋਲੀ ਦੇਣ ਹੈ ਜੀ ਸਮਾਜ ਦੀ। ਜੰਗਲ ਵਿੱਚ ਰਹਿ ਰਿਹਾ ਮਨੁੱਖ ਨਹੀਂ ਬੋਲੀ ਸਿੱਖ ਸਕਦਾ। ਠੀਕ ਹੈ, ਉਹ ਜਾਨਵਰਾਂ ਵਾਂਗੂ ਆਵਾਜ਼ਾਂ ਕੱਢਣੀਆਂ ਤਾਂ ਸਿੱਖ ਸਕਦਾ, ਪਰ ਇੱਕ ਸੱਭਿਅਕ ਬੋਲੀ ਨਹੀਂ ਸਿੱਖ ਸਕਦਾ। ਅਤੇ ਬੋਲੀ ਦੇ ਵਿੱਚ ਜਿਹੜਾ ਪਰਿਵਰਤਨ ਆ ਉਹ ਲਾਜ਼ਮੀ ਆ। ਇਸ ਦਾ ਲੱਛਣ ਹੈ ਕਿ ਸਮੇਂ ਦੇ ਨਾਲ ਜਿਹੜੀ ਬੋਲੀ ਆ ਉਸ ਦੇ ਵਿੱਚ ਪਰਿਵਰਤਨ ਆਉਂਦਾ ਹੀ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਜੋ ਪੰਜਾਬੀ ਭਾਸ਼ਾ ਉਹ ਕਿਸ ਤਰ੍ਹਾਂ ਦੀ ਸ਼ੈਲੀ ਵਾਲੀ ਹੈ, ਤਾਂ ਇਹ ਹੈ ਜੀ ਵਿਯੋਗਾਤਮਕ ਸ਼ੈਲੀ ਵਾਲੀ। ਠੀਕ ਹੈ, ਵਿਯੋਗਾਤਮਕ ਮਤਲਬ ਪਹਿਲਾਂ ਸਿਰਫ ਕੀ ਮੰਨਿਆ ਜਾਂਦਾ ਸੀ ਕਿ ਕੋਈ ਇਨਸਾਨ ਆ ਜਿਹੜਾ ਉਹ ਸੋਚ ਸਕਦਾ ਸਿਰਫ ਵਾਕਾਂ ਦੇ ਵਿੱਚ, ਪਰ ਹੁਣ ਉਸਦੇ ਜਿਹੜੇ ਟੋਟੇ ਕਰ ਆਪਾਂ ਉਹਦਾ ਅਧਿਐਨ ਕਰ ਲਿਆ। ਠੀਕ ਹੈ, ਅਲੱਗ-ਅਲੱਗ ਛੋਟੇ ਤੋਂ ਛੋਟਾ ਸ਼ਬਦ, ਜਿਸ ਤਰ੍ਹਾਂ ਦੇਖੋ ਆਪਾਂ ਵਧੇਤਰ, ਅਗੇਤਰ, ਪਛੇਤਰ, ਨਖੇੜਦੇ ਕੀ ਕਰਦੇ ਹਾਂ? ਦੁਨੀਆਂ ਉਹਦੀਆਂ ਕੱਟੀ ਜਾਂਦੇ ਆ ਨਾ, ਅਤੇ ਐਂਡ ਦੇ ਸਾਨੂੰ ਜਿਹੜਾ ਮੂਲ ਆ ਜਿਹੜਾ ਧਾਤੂ ਉਹ ਮਿਲ ਜਾਂਦਾ। ਅਤੇ ਇਸੇ ਤਰ੍ਹਾਂ ਹੀ ਹੁਣ ਵਾਕ ਦੇ ਵਿੱਚ ਉਸ ਤੋਂ ਛੋਟਾ ਉਪਵਾਕ, ਫਿਰ ਆਪਾਂ ਵਾਕਾਂਸ਼ ਵੱਲ ਜਾਂਦੇ ਹਾਂ ਅਤੇ ਸ਼ਬਦ ਵੱਲ ਜਾਂਦੇ ਹਾਂ, ਭਾਵਾਂਸ਼ ਵੱਲ ਜਾਂਦੇ ਹਾਂ, ਧੁਨੀ ਵੱਲ ਜਾਂਦੇ ਹਾਂ। ਠੀਕ ਹੈ, ਤਾਂ ਨਖੇੜੂ ਰੁਚੀ ਆ ਗਈ ਇਹਦੇ ਵਿੱਚ, ਵਿਯੋਗਾਤਮਕ ਭਾਸ਼ਾ ਬਣ ਗਈ। ਠੀਕ ਹੈ, ਤੋੜ ਕੇ ਹੁਣ ਇਹਨੂੰ ਬੋਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਜੀ ਭਾਸ਼ਾ ਗਤੀਸ਼ੀਲ ਜਾਂ ਫਿਰ ਬੇਰੋਕ ਹੁੰਦੀ ਹੈ। ਆਪਾਂ ਪਹਿਲਾਂ ਹੀ ਗੱਲ ਕਰ ਲਈ ਕਿ ਭਾਸ਼ਾ ਦੇ ਵਿੱਚ ਖੜੋਤ ਨਹੀਂ ਆ ਸਕਦੀ। ਓਕੇ, ਇਸ ਤੋਂ ਬਾਅਦ ਇਹ ਕਾਫੀ ਇੰਪੋਰਟੈਂਟ ਸਿਧਾਂਤ ਨੇ ਜਿਹੜੇ ਆਪਾਂ ਸ਼ਾਮਿਲ ਕਰਾਂਗੇ ਲੈਕਚਰ ਦੇ ਵਿੱਚ। ਸਭ ਤੋਂ ਪਹਿਲਾ ਸਿਧਾਂਤ ਹੈ ਜੀ, ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ, ਰੱਬੀ ਜਾਂ ਫਿਰ ਦੈਵੀ ਸਿਧਾਂਤ, ਜਿਹਦਾ ਆਧਾਰ ਕੀ ਹੈ? ਧਰਮ ਆ। ਨਿਰੋਲ ਧਰਮ 'ਤੇ ਆਧਾਰਿਤ ਹੈ। ਕਿਸੇ ਦੀ ਕੋਈ ਬਹਿਸ ਨਹੀਂ ਸੁਣਨੀ ਇਹਦੇ ਵਿੱਚ। ਸਿਰਫ ਵੈਸੇ ਵੀ ਪਤਾ ਆਪਾਂ ਨੂੰ ਜਿੱਥੇ ਆਪਣਾ ਧਰਮ ਦੀ ਗੱਲ ਆ ਜਾਂਦੀ ਹੈ ਉੱਥੇ ਤਾਂ ਆਪਾਂ ਹੋਰ ਕਿਸੇ ਪਾਸੇ ਵੱਲ ਧਿਆਨ ਫਿਰ ਦਿੰਦੇ ਹੀ ਨਹੀਂ, ਹੈ ਨਾ। ਤਾਂ ਇਸ ਧਰਮ ਦੇ ਅਨੁਸਾਰ ਜਿਹੜਾ ਵਿਚਾਰ ਹੈ ਉਹ ਕੀ ਮੰਨਿਆ ਗਿਆ ਕਿ ਜੋ ਭਾਸ਼ਾ ਹੈ ਜਾਂ ਬੋਲੀ ਹੈ ਉਹ ਕਿਹਦੀ ਦੇਣ ਹੈ? ਰੱਬੀ ਦੇਣ ਹੈ, ਦੇਵਤਿਆਂ ਦੀ ਦੇਣ ਹੈ। ਠੀਕ ਹੈ, ਤਾਂ ਇਸ ਦੇ ਅਧੀਨ ਫਿਰ ਸਨਾਤਨੀ ਲੋਕ ਸੀਗੇ, ਉਹਨਾਂ ਨੇ ਕੀ ਮੰਨਿਆ ਕਿ ਜੋ ਸੰਸਕ੍ਰਿਤ ਹੈ ਉਹ ਦੇਵ ਬਾਣੀ ਹੈ, ਦੇਵਤਿਆਂ ਦੀ ਭਾਸ਼ਾ ਹੈ। ਠੀਕ ਹੈ, ਇਹ ਉਹਨਾਂ ਨੇ ਬਣਾਈ ਹੈ। ਉਸ ਤੋਂ ਬਾਅਦ ਬੋਧੀ ਕੀ ਮੰਨਦੇ ਨੇ? ਉਹ ਪਾਲੀ ਨੂੰ ਮੰਨਦੇ ਨੇ ਕਿ ਇਹੀ ਆਦਮ ਬੋਲੀ ਹੈ। ਠੀਕ ਹੈ, ਇਨਸਾਨ ਦੀ ਬੋਲੀ ਇਹੀਓ ਆ। ਅਤੇ ਜੋ ਜੈਨੀ ਨੇ ਉਹ ਅਰਧ ਮਗਧੀ ਪ੍ਰਕਿਰਤ ਨੂੰ ਮੰਨਦੇ ਨੇ, ਅਤੇ ਜੋ ਈਸਾਈ ਹੈ ਉਹ ਹਿਬਰੂ ਨੂੰ ਮੰਨਦੇ ਆ। ਮਤਲਬ ਆਪਦੇ ਧਰਮ ਦੇ ਅਨੁਸਾਰ ਹੀ ਸਾਰੇ ਮੰਨਦੇ ਆ। ਉਹ ਸੀ ਜੀ ਦੈਵੀ ਸਿਧਾਂਤ। ਇਸ ਤੋਂ ਬਾਅਦ ਹੈ ਨਿਰਣਾ ਸਿਧਾਂਤ। ਨਿਰਣਾ ਸਿਧਾਂਤ ਦੇ ਵਿੱਚ ਇਹ ਕੋਈ ਬਿਲਕੁਲ ਫਜ਼ੂਲ ਜਿਹਾ ਸਿਧਾਂਤ ਹੈ। ਇਸ ਦੇ ਵਿੱਚ ਕੀ ਕਿਹਾ ਉਹਨਾਂ ਨੇ ਕਿ ਜਿਉਂ-ਜਿਉਂ ਜਿਹੜਾ ਮਨੁੱਖ ਦੀ ਸੋਝੀ ਦੇ ਵਿੱਚ ਵਾਧਾ ਹੁੰਦਾ ਗਿਆ ਤਾਂ ਉਹਨਾਂ ਨੇ ਕੀ ਕੀਤਾ? ਇਕੱਠੇ ਹੋ ਕੇ ਆਪਸ ਦੇ ਵਿੱਚ ਸਲਾਹ ਮਸ਼ਵਰਾ ਕੀਤਾ ਕਿ ਜੋ ਚੀਜ਼ਾਂ ਦੀ ਉਲਝਣ ਹੈ, ਠੀਕ ਹੈ, ਚੀਜ਼ਾਂ ਦੇ ਨਾਮਾਂ ਦੀ ਉਲਝਣ ਹੈ, ਉਸ ਨੂੰ ਸੁਲਝਾਓ। ਅਤੇ ਇਕੱਠੇ ਬੈਠ ਕੇ ਉਹਨਾਂ ਨੇ ਮੀਟਿੰਗ ਕੀਤੀ ਅਤੇ ਉਹਨਾਂ ਨੇ ਨਾਮ ਬਣਾ ਲਏ ਵੀ ਇਹਨੂੰ ਅਸੀਂ ਆਹ ਕਹਾਂਗੇ, ਇਹਨੂੰ ਅਸੀਂ ਆਹ ਕਹਾਂਗੇ। ਮਤਲਬ ਆਪਸੀ ਸਹਿਮਤੀ 'ਤੇ ਨਿਰਣਾ ਕਰ ਲਿਆ ਕਿ ਆਹ ਚੀਜ਼ ਦਾ ਨਾਮ ਆ ਰੱਖਿਆ ਜਾਊ। ਇਸ ਕਰਕੇ ਇਹਨੂੰ ਬਿਲਕੁਲ ਵੀ ਮਾਨਤਾ ਨਹੀਂ ਦਿੱਤੀ ਜਾਂਦੀ। ਇਸ ਤੋਂ ਬਾਅਦ ਧਾਤੂ ਸਿਧਾਂਤ, ਇਹ ਵੀ ਅਸੀਂ ਕਰ ਚੁੱਕੇ ਹਾਂ ਪਹਿਲਾਂ ਹੀ, ਕਿ ਉਹਦਾ ਮੂਲ ਪਤਾ ਕਰ ਲਓ, ਇੱਕ ਸ਼ਬਦ ਦਾ ਮੂਲ ਲੱਭ ਲਓ। ਉਸ ਤੋਂ ਬਾਅਦ ਉਹਦੇ ਵਿੱਚ ਚਾਹੇ ਉਹਦਾ ਅਗੇਤਰ ਲਾ ਦਿਓ, ਚਾਹੇ ਉਹਦਾ ਪਛੇਤਰ ਲਾ ਦਿਓ, ਠੀਕ ਹੈ, ਮਧੇਤਰ ਲਾ ਦਿਓ, ਵਧੇਤਰ ਲਾ ਦਿਓ, ਤਾਂ ਇਸ ਤਰ੍ਹਾਂ ਉਹਦੀਆਂ ਜਿਹੜੇ ਨਾਲ ਸੰਬੰਧਿਤ ਆ ਅਗਲੇ ਸ਼ਬਦਾਂ ਦੀ ਰਚਨਾ ਹੋਊਗੀ। ਠੀਕ ਹੈ, ਤਾਂ ਇਹ ਵੀ ਬਿਲਕੁਲ ਸਿਧਾਂਤ ਨਿਰਮੂਲ ਹੈ, ਕਿਉਂਕਿ ਇੰਨੇ ਸ਼ਬਦ ਕਿੰਨੇ ਕੁ ਬਣਾ ਲੂਗਾ ਆਪਾਂ। ਠੀਕ ਹੈ, ਕਿੰਨੇ ਕੁ ਜਿਹੜਾ ਇਨਸਾਨ ਹੈਗਾ ਉਹਨਾਂ ਦੇ ਮੂਲ ਲੱਭ ਕੇ ਉਹਦੇ ਅੱਗੇ ਪਿੱਛੇ ਲਾ ਕੇ ਸ਼ਬਦ ਨਵੇਂ ਬਣ ਜਾਣਗੇ? ਨਹੀਂ ਬਣ ਸਕਦੇ ਨਾ, ਕਿਉਂਕਿ ਜਿੰਨੀਆਂ ਚੀਜ਼ਾਂ ਨੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਨਾਮ ਬਣਾਉਣੇ ਤਾਂ ਬਹੁਤ ਜ਼ਿਆਦਾ ਔਖੇ ਨੇ। ਤਾਂ ਇਹ ਸਿਧਾਂਤ ਵੀ ਬਿਲਕੁਲ ਰਿਜੈਕਟ ਹੋਇਆ। ਇਸ ਤੋਂ ਬਾਅਦ ਨਕਲ ਦਾ ਸਿਧਾਂਤ, ਠੀਕ ਹੈ, ਜਿਹੜਾ ਆਪਾਂ ਪਲੈਟੋ ਦਾ ਕਰਦੇ ਹਾਂ ਨਾ ਨਕਲ ਦਾ, ਕਿ ਨਕਲ ਰਾਹੀਂ ਵੀ ਸਿੱਖੀ ਜਾ ਸਕਦੀ ਹੈ। ਤਾਂ ਇਹ ਸਿਧਾਂਤ ਦਾ ਖੰਡਨ ਕੀਤਾ ਮੈਕਸ ਮੂਲਰ ਨੇ। ਉਸਨੇ ਕਿਹਾ ਇਹਨੂੰ ਬੋਵਾਓ, ਇਹ ਨਾਮ ਤੁਸੀਂ ਯਾਦ ਰੱਖਣਾ, ਇਹ ਹਾਸੋਹੀਣਾ ਨਾਮ ਦਿੱਤਾ ਸੀ ਉਹਨੇ ਨਕਲ ਦੇ ਸਿਧਾਂਤ ਨੂੰ। ਕਹਿੰਦਾ ਵੀ ਜੇ ਹਰ ਇੱਕ ਚੀਜ਼ ਨਕਲ ਕਰਕੇ ਹੀ ਸਿੱਖੀ ਜਾਣ ਲੱਗ ਪਈ ਤਾਂ ਫਿਰ ਜਿਹੜਾ ਮਨੁੱਖ ਹੈਗਾ ਉਹ ਤਾਂ ਜਾਨਵਰਾਂ ਦੀ ਭਾਸ਼ਾ ਬੋਲਦਾ। ਠੀਕ ਹੈ,
ਕਿ ਜਾਨਵਰਾਂ ਦੀਆਂ ਧੁਨੀਆਂ ਸਿੱਖਦਾ ਹੋ, ਜਿਸ ਤਰ੍ਹਾਂ ਜਿਹੜੇ ਜਾਨਵਰ ਕੱਢਦੇ ਨੇ ਧੁਨੀਆਂ ਜਾਂ ਪੰਛੀ ਕੱਢਦੇ ਨੇ, ਤਾਂ ਫਿਰ ਮਨੁੱਖ ਵੀ ਉਸੇ ਤਰ੍ਹਾਂ ਹੀ ਬੋਲਦਾ। ਤਾਂ ਨਕਲ ਦਾ ਸਿਧਾਂਤ ਬਿਲਕੁਲ ਨਿਰਮੂਲ ਹੈ। ਇਸ ਤੋਂ ਬਾਅਦ ਹੈ ਮਨੋਭਾਵ ਪ੍ਰਗਟਾਵਾਦ ਸਿਧਾਂਤ। ਇਹਦੇ ਵਿੱਚ ਕੀ ਸੀਗਾ, ਇਹਦੀ ਵੀ ਆਲੋਚਨਾ ਕੀਤੀ ਸੀ ਮੈਕਸ ਮੂਲਰ ਨੇ। ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ, ਮਨੋਭਾਵਾਂ ਦਾ ਅਚਨਚੇਤ ਪ੍ਰਗਟਾਵਾ ਹੁੰਦਾ ਹੈ। ਜਿਸ ਤਰ੍ਹਾਂ ਕਿ ਕੋਈ ਇਨਸਾਨ ਦੁਖੀ ਹੈ ਤਾਂ ਉਸਦੇ ਮੂੰਹ 'ਚੋਂ ਜਿਹੜੀਆਂ ਧੁਨੀਆਂ ਨਿਕਲਦੀਆਂ ਨੇ, ਠੀਕ ਹੈ, ਜਾਂ ਉਹ ਖੁਸ਼ ਹੈ ਉਸ ਸਮੇਂ ਜਿਹੜੀਆਂ ਧੁਨੀਆਂ ਨਿਕਲਦੀਆਂ ਨੇ, ਤਾਂ ਉਹ ਉਹਦੇ ਮਨੋਭਾਵ ਨੇ, ਮਤਲਬ ਉਸ ਦੇ ਅੰਦਰ ਜੋ ਫੀਲਿੰਗਸ ਨੇ, ਉਹ ਦੁਖੀ ਹੈ, ਉਹ ਖੁਸ਼ ਹੈ, ਠੀਕ ਹੈ, ਉਹ ਐਕਸਾਈਟਡ ਹੈ, ਉਤਸ਼ਾਹਿਤ ਹੈ ਕਿਸੇ ਚੀਜ਼ ਨੂੰ ਲੈ ਕੇ, ਤਾਂ ਉਹ ਸਾਰੇ ਮਨੋਭਾਵ ਆਟੋਮੈਟਿਕਲੀ ਉਸ ਦੇ ਅੰਦਰੋਂ ਨਿਕਲਦੇ ਨੇ। ਤਾਂ ਮੈਕਸ ਮੂਲਰ ਨੇ ਇਸ ਨੂੰ ਕਿਹਾ ਪੋ, ਠੀਕ ਹੈ। ਇਹ ਸਿਧਾਂਤ ਦਾ ਉਹਨੇ ਬਿਲਕੁਲ ਮਜ਼ਾਕ ਉਡਾਇਆ ਇਸ ਨੂੰ ਇਹ ਵਾਲੀ ਥਿਊਰੀ ਦਾ ਨਾਮ ਦੇ ਕੇ। ਇਸ ਤੋਂ ਅਗਲਾ ਜੋ ਸਿਧਾਂਤ ਹੈ ਉਹ ਹੈ ਯੋਹੇਹੋਵਾਦ। ਇਹ ਸਿਧਾਂਤ ਦੇ ਅਨੁਸਾਰ ਕੀ ਕਿਹਾ ਗਿਆ ਸੀ ਕਿ ਥਕਾਵਟ ਦੇ ਸਮੇਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨੇ ਮਨੁੱਖ ਦੇ ਮੂੰਹ 'ਚੋਂ, ਜਾਂ ਰਾਹਤ ਪਾਉਣ ਦੇ ਲਈ ਉਹ ਆਪਾਂ ਜਿਹੜੀ ਆਵਾਜ਼ ਪੈਦਾ ਕਰਦੇ ਹਾਂ, ਉਸ ਤੋਂ ਹੀ ਹੌਲੀ ਹੌਲੀ ਵਿਕਾਸ ਹੋ ਕੇ ਕੀ ਬਣੀ, ਭਾਸ਼ਾ ਬਣੀ, ਠੀਕ ਹੈ। ਇਹਦੀ ਐਗਜ਼ਾਮਪਲ ਆਪਾਂ ਕਿਸ ਤਰ੍ਹਾਂ ਕਰਾਂਗੇ ਕਿ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕੋਈ ਆਪਾਂ ਭਾਰੀ ਚੀਜ਼ ਚੱਕਣੀ ਹੋਵੇ ਜਾਂ ਕਿਸੇ ਨੂੰ ਚੁਕਵਾਉਣੀ ਹੋਵੇ, ਠੀਕ ਹੈ, ਤਾਂ ਉਸ ਸਮੇਂ ਇੱਕ ਆਪਾਂ ਸਾਊਂਡ ਕੱਢਦੇ ਹੁੰਦੇ ਹਾਂ, ਹੈ ਨਾ, ਤਾਂ ਕਿ ਇੱਕਦਮ ਜਿਹੜਾ ਆਪਾਂ ਨੂੰ ਕੋਈ ਚੀਜ਼ ਚੁਕਵਾ ਰਿਹਾ ਉਹ ਵੀ ਉਸੇ ਟਾਈਮ ਹੀ ਪੂਰੇ ਜ਼ੋਰ ਨਾਲ ਉੱਪਰ ਨੂੰ ਚੱਕੇ ਚੀਜ਼, ਠੀਕ ਹੈ, ਅਤੇ ਆਪਾਂ ਵੀ ਪੂਰੇ ਜ਼ੋਰ ਨਾਲ ਉਸ ਚੀਜ਼ ਨੂੰ ਆਪਣੇ ਸਿਰ ਦੇ ਉੱਪਰ ਰੱਖੀਏ। ਅਤੇ ਦੂਸਰਾ ਕਿ ਥਕਾਵਟ ਦੇ ਸਮੇਂ ਆਟੋਮੈਟਿਕਲੀ ਆਪਣੇ ਮੂੰਹ ਦੇ ਵਿੱਚੋਂ ਹਾਈ ਨਿਕਲਦਾ, ਠੀਕ ਹੈ, ਜਾਂ ਆਪਾਂ ਥੱਕ ਕੇ ਚੂਰ ਹੋ ਜਾਂਦੇ ਹਾਂ ਕਿਸੇ ਕੰਮ ਨੂੰ ਕਰਦੇ, ਅਤੇ ਮਤਲਬ ਜਿਵੇਂ ਹੁਣ ਗਰਮੀ ਦਾ ਜਿਹੜਾ ਮੌਸਮ ਚੱਲ ਰਿਹਾ ਹੈ ਨਾ, ਤਾਂ ਉਹਦੇ ਵਿੱਚ ਕੀ ਆ, ਆਪਾਂ ਬਹੁਤ ਜਲਦੀ ਥੱਕ ਜਾਂਦੇ ਹਾਂ, ਠੀਕ ਹੈ, ਪਸੀਨਾ ਆ ਜਾਂਦਾ, ਤਾਂ ਜਿਹੜੀ ਸਾਡੇ ਮੂੰਹ ਦੇ ਵਿੱਚੋਂ ਸਾਊਂਡ ਨਿਕਲਦੀ ਹੈਗੀ ਉਹਨਾਂ ਨੂੰ ਹੀ ਨਾਮ ਦਿੱਤਾ ਗਿਆ ਇਸ ਵਾਦ ਦਾ ਜਾਂ ਇਸ ਸਿਧਾਂਤ ਦਾ, ਠੀਕ ਹੈ। ਜਾਂ ਇਸ ਤੋਂ ਬਿਨਾਂ ਆਪਾਂ ਉਬਾਸੀ ਲੈਂਦੇ ਹਾਂ ਉਸ ਸਮੇਂ ਜਿਹੜੀ ਸਾਊਂਡ ਸਾਡੇ ਮੂੰਹ ਦੇ ਵਿੱਚੋਂ ਨਿਕਲਦੀ ਹੈ, ਠੀਕ ਹੈ ਜੀ। ਤਾਂ ਇਹ ਵੀ ਨਿਰਮੂਲ ਸੀ ਕਿਉਂਕਿ ਇੰਨੀਆਂ ਜ਼ਿਆਦਾ ਸਾਊਂਡਸ ਨਹੀਂ ਬਣ ਸਕਦੀਆਂ ਸਿਰਫ ਕਾਰੇ 'ਤੇ ਆਧਾਰਿਤ, ਰਾਹਤ ਪਾਉਣ ਵਾਲੀਆਂ ਆਵਾਜ਼ਾਂ 'ਤੇ ਆਧਾਰਿਤ। ਇਸ ਤੋਂ ਬਾਅਦ ਜੀ ਡਿੰਗ ਡੈਂਗ ਜਾਂ ਡਿੰਗ ਡੋਂਗ, ਇਹ ਥਿਊਰੀ ਹੈ ਜਿਹੜੀ, ਇਹ ਥਿਊਰੀ ਮੈਕਸ ਮੂਲਰ ਦੀ ਸੀ। ਮੈਕਸ ਮੂਲਰ ਨੇ ਹੀ ਇਹ ਥਿਊਰੀ ਬਣਾਈ ਅਤੇ ਮੈਕਸ ਮੂਲਰ ਨੇ ਹੀ ਇਸ ਦਾ ਅੰਤ ਕਰ ਦਿੱਤਾ, ਠੀਕ ਹੈ। ਉਸਨੇ ਖੁਦ ਇਹ ਚੀਜ਼ ਕਬੂਲੀ ਕਿ ਮੈਂ ਇਹ ਜਿਹੜੀ ਥਿਊਰੀ ਆ ਉਹ ਬਿਲਕੁਲ ਬੇਕਾਰ ਦਿੱਤੀ ਸੀ। ਤਾਂ ਇਹਦੇ ਵਿੱਚ ਉਹਨੇ ਕੀ ਕਿਹਾ ਸੀ ਕਿ ਕੋਈ ਵੀ ਚੀਜ਼ ਆ ਉਹਨੂੰ ਖੜਕਾ ਕੇ ਦੇਖਿਆ ਜਾਂਦਾ ਸੀ, ਠੀਕ ਹੈ, ਜਿਸ ਤਰ੍ਹਾਂ ਲੱਕੜ ਨੂੰ, ਲੋਹੇ ਨੂੰ, ਅਲੱਗ-ਅਲੱਗ ਚੀਜ਼ਾਂ ਨੂੰ ਖੜਕਾ ਕੇ ਦੇਖਿਆ ਜਾਂਦਾ ਸੀ, ਅਤੇ ਜੋ ਉਸਦੀ ਸਾਊਂਡ ਨਿਕਲਦੀ ਸੀ ਉਸੇ ਦੇ ਆਧਾਰ 'ਤੇ ਹੀ ਉਸ ਦਾ ਨਾਮ ਰੱਖ ਦਿੱਤਾ ਜਾਂਦਾ ਸੀ। ਜਾਂ ਨਾਲ ਹੀ ਉਸਨੇ ਦੱਸਿਆ ਕਿ ਜਿਸ ਤਰ੍ਹਾਂ ਜਿਹੜੇ ਜੀਵ ਜੰਤੂ ਸੀਗੇ ਉਹਨਾਂ ਦੀ ਆਵਾਜ਼ 'ਤੇ ਆਧਾਰਿਤ ਹੀ ਉਹਨਾਂ ਦਾ ਨਾਮ ਰੱਖ ਦਿੱਤਾ ਜਾਂਦਾ ਸੀ। ਜਿਸ ਤਰ੍ਹਾਂ ਕਾਂ ਜਿਹੜਾ ਉਹ ਕਾਂ ਕਾਂ ਕਰਦਾ ਹੈ ਨਾ, ਤਾਂ ਉਸ ਦਾ ਨਾਮ ਉਸੇ ਤਰ੍ਹਾਂ ਹੀ ਟਿਕ ਗਿਆ। ਚਿੜੀ ਹੈ ਜਿਹੜੀ ਉਹ ਚੀਂ ਚੀਂ ਕਰਦੀ ਹੈ, ਤਾਂ ਉਸ ਦਾ ਨਾਮ ਵੀ ਉਸ ਤਰੀਕੇ ਨਾਲ ਟਿਕ ਗਿਆ, ਠੀਕ ਹੈ। ਅਤੇ ਇਹਦੀ ਹੋਰ ਉਦਾਹਰਨ ਆਪਾਂ ਲੈ ਸਕਦੇ ਹਾਂ, ਜਿਸ ਤਰ੍ਹਾਂ ਕੋਇਲ ਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਕੁੱਕੂ, ਹੈ ਨਾ, ਇਸ ਤਰ੍ਹਾਂ ਦੇ ਸ਼ਬਦ ਹੈਗੇ, ਤਾਂ ਉਹ ਸਿਰਫ ਸਾਊਂਡ 'ਤੇ ਆਧਾਰਿਤ ਹੀ ਲਏ ਗਏ ਨੇ, ਠੀਕ ਹੈ ਜੀ। ਤਾਂ ਇਸ ਦਾ ਖੰਡਨ ਵੀ ਕਿਸ ਨੇ ਕੀਤਾ, ਮੈਕਸ ਮੂਲਰ ਨੇ ਹੀ ਕੀਤਾ ਸੀ। ਇਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਵਿਕਾਸਵਾਦੀ ਸਿਧਾਂਤ ਦੀ, ਜਿਸ ਨੂੰ ਕਾਫੀ ਹੱਦ ਤੱਕ ਜਿਹੜੀ ਮਾਨਤਾ ਮਿਲੀ, ਪੂਰੀ ਨਹੀਂ ਮਿਲੀ, ਇਹ ਚੀਜ਼ ਯਾਦ ਰੱਖਣੀ ਆ, ਪਰ ਇਸ ਨੂੰ ਮਿਲੀ। ਕਿਸ ਤਰ੍ਹਾਂ ਕਿ ਵਿਕਾਸਵਾਦੀ ਸਿਧਾਂਤ ਦੇ ਵਿੱਚ ਸਿਰਫ ਇੰਨੀ ਗੱਲ ਹੀ ਕਹਿਤੀ ਉਹਨਾਂ ਨੇ ਕਿ ਜਿਵੇਂ ਜਿਵੇਂ ਜਿਹੜਾ ਮਨੁੱਖ ਹੈ ਉਸਦੀ ਸੋਚ ਦਾ ਵਿਕਾਸ ਹੁੰਦਾ ਗਿਆ, ਠੀਕ ਹੈ, ਤਿਉਂ ਹੀ ਜਿਹੜੀ ਭਾਸ਼ਾ ਹੈਗੀ ਉਸਦੀ ਉੱਨਤੀ ਵੀ ਹੁੰਦੀ ਗਈ। ਇਸ ਦੇ ਵਿੱਚ ਹੋਰ ਕੋਈ ਵਿਚਾਰ ਸ਼ਾਮਿਲ ਨਹੀਂ ਕੀਤਾ ਗਿਆ, ਸਾਰੇ ਵਿਚਾਰਾਂ ਬਾਰੇ ਹੀ ਸੋਚਿਆ ਗਿਆ, ਅਤੇ ਇਹਨਾਂ ਨੇ ਇਕੱਠੇ ਰੂਪ ਵਿੱਚ ਇਹ ਚੀਜ਼ ਮੰਨ ਲਈ ਕਿ ਹੌਲੀ ਹੌਲੀ ਜਿਹੜਾ ਮਨੁੱਖ ਆ ਜਿਵੇਂ ਜਿਵੇਂ ਉਹਨੂੰ ਸੋਝੀ ਆਈ ਤਿਵੇਂ ਹੀ ਭਾਸ਼ਾ ਦਾ ਵਿਕਾਸ ਆ ਜਿਹੜਾ ਉਹ ਹੁੰਦਾ ਗਿਆ। ਤਾਂ ਇਸ ਕਰਕੇ ਵਿਕਾਸਵਾਦੀ ਸਿਧਾਂਤ ਨੂੰ ਆਪਾਂ ਮੰਨ ਸਕਦੇ ਹਾਂ ਕਿ ਕੁਛ ਹੱਦ ਤੱਕ ਇਸ ਨੂੰ ਮਾਨਤਾ ਦਿੱਤੀ ਗਈ, ਪਰ ਸੰਪੂਰਨ ਦੇ ਰੂਪ ਦੇ ਵਿੱਚ ਇਸ ਨੂੰ ਮਾਨਤਾ ਉਦੋਂ ਹੀ ਮਿਲੀ ਜਦੋਂ ਇਸ ਦੇ ਸਪੈਸ਼ਲ ਤੱਤ ਹੈ ਜਿਹੜੇ ਉਹ ਇਕੱਠੇ ਕਰਕੇ ਪੇਸ਼ ਕੀਤੇ ਗਏ। ਤਾਂ ਉਹ ਕਿਸ ਨੇ ਕੀਤੇ ਸੀ ਜੀ, ਉਹ ਕਰੇ ਸੀ ਸੰਗ੍ਰਹਿ ਰੂਪ ਸਿਧਾਂਤ ਦੇ ਵਿੱਚ, ਜਿਸ ਨੂੰ ਆਪਾਂ ਸਮਾਨਵਤ ਸਿਧਾਂਤ ਵੀ ਕਹਿ ਦਿੰਦੇ ਹਾਂ। ਦੂਸਰਾ ਨਾਮ ਇਹਦਾ ਸੰਗ੍ਰਹਿ ਰੂਪ ਸਿਧਾਂਤ, ਜਿਸ ਤਰ੍ਹਾਂ ਇਹਦੇ ਨਾਮ ਤੋਂ ਹੀ ਸਪਸ਼ਟ ਹੈ ਨਾ, ਸੰਗ੍ਰਹਿ ਮਤਲਬ ਇਕੱਠ। ਤਾਂ ਦੋ ਜਾਣੇ ਸੀ ਜੀ, ਜੈਸਪਰਸਨ ਅਤੇ ਸਵੀਟ, ਇਹਨਾਂ ਦੋਨਾਂ ਨੇ ਹੀ ਇਹ ਜਿਹੜਾ ਸਿਧਾਂਤ ਆ ਉਹ ਦਿੱਤਾ। ਇਹਦੇ ਵਿੱਚ ਉਹਨਾਂ ਨੇ 3 ਤੱਤਾਂ ਦਾ ਸੁਮੇਲ ਕਰਤਾ। ਹੁਣ ਉਹ ਕਿਹੜੇ ਕਿਹੜੇ 3 ਤੱਤ ਸੀ, ਮਨੋਭਾਵ, ਨਕਲ, ਪ੍ਰਤੀਕਮਈ। ਤਾਂ ਇਹ ਇਹਨਾਂ ਨੇ ਦੱਸਿਆ ਕਿ
ਜਿਹੜੇ ਮਨੁੱਖ ਦੇ ਮਨੋਭਾਵ ਨੇ ਉਸ ਦੇ ਅੰਦਰ ਫੀਲਿੰਗਸ ਹੈ, ਕੁਛ ਕੁ ਉਸ ਆਧਾਰ 'ਤੇ ਭਾਸ਼ਾ ਬਣੀ। ਕੁਛ ਕੁ ਚੀਜ਼ਾਂ ਉਹਨੇ ਨਕਲ ਕਰਕੇ ਸਿੱਖੀਆਂ, ਜਿਸ ਤਰ੍ਹਾਂ ਜਾਨਵਰਾਂ ਦੀਆਂ ਆਵਾਜ਼ਾਂ ਵਗੈਰਾ ਤੋਂ, ਹੈ ਨਾ। ਉਸ ਤੋਂ ਬਾਅਦ ਪ੍ਰਤੀਕਮਈ, ਅਤੇ ਕੁਝ ਕੁ ਉਹਨਾਂ ਨੇ ਚਿੰਨ੍ਹ ਵੀ ਘੜੇ ਵੀ ਆਹ ਚੀਜ਼ ਨੂੰ ਅਸੀਂ ਆਹ ਕਹਿਣਾ, ਜਿਹੜਾ ਆਪਾਂ ਪਹਿਲੇ ਲੈਕਚਰ ਦੇ ਵਿੱਚ ਹਾਥੀ ਵਾਲੀ ਉਦਾਹਰਨ ਕੀਤੀ ਸੀ। ਠੀਕ ਹੈ, ਤਾਂ ਇਹਨਾਂ ਤਿੰਨਾਂ ਦਾ ਜਿਹੜਾ ਸੰਗ੍ਰਹਿ ਸੀ ਉਹ ਕਹਿਲਾਇਆ ਸੰਗ੍ਰਹਿ ਰੂਪ ਸਿਧਾਂਤ। ਓਕੇ ਜੀ। ਇਸ ਤੋਂ ਬਾਅਦ ਅਸੀਂ ਗੱਲ ਕਰੀਏ ਭਾਰਤੀ ਸੰਵਿਧਾਨ ਦੇ ਵਿੱਚ ਭਾਸ਼ਾਵਾਂ ਸੰਬੰਧੀ। ਇਹ ਵੀ ਪ੍ਰਸ਼ਨ ਆਪਾਂ ਕਰ ਹੀ ਲੈਂਦੇ ਹਾਂ। ਤਾਂ ਜੋ ਸਾਡਾ ਭਾਰਤੀ ਸੰਵਿਧਾਨ ਹੈ ਜੀ, ਉਹਦੇ ਵਿੱਚ ਭਾਸ਼ਾਵਾਂ ਸੰਬੰਧੀ ਵਰਣਨ 8ਵੀਂ ਅਨੁਸੂਚੀ ਦੇ ਵਿੱਚ ਹੈ। ਠੀਕ ਹੈ, ਕਿੰਨੀਆਂ ਭਾਸ਼ਾਵਾਂ ਨੇ? 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਪਹਿਲਾਂ ਸਿਰਫ 14 ਭਾਸ਼ਾਵਾਂ ਸੀ, ਉਸ ਤੋਂ ਬਾਅਦ ਜਿਹੜੀਆਂ ਅਮੈਂਡਮੈਂਟਸ ਹੋਈਆਂ, ਠੀਕ ਹੈ, ਸੋਧਾਂ ਹੋਈਆਂ, ਉਹਨਾਂ ਤੋਂ ਵਿੱਚ ਸ਼ਾਮਿਲ ਕੀਤਾ ਗਈਆਂ ਨਵੀਆਂ ਭਾਸ਼ਾਵਾਂ, ਜਿਸ ਕਰਕੇ ਇਹਨਾਂ ਦੀ ਗਿਣਤੀ ਹੋ ਗਈ ਹੁਣ 22। ਵੈਸੇ ਜੇ ਆਪਾਂ ਨੈੱਟ 'ਤੇ ਸਰਚ ਮਾਰਦੇ ਹਾਂ ਤਾਂ 23 ਮਿਲਦੀ ਹੈ, ਪਰ 23ਵੀਂ ਭਾਸ਼ਾ ਕਿਹੜੀ ਹੈ ਉਸ ਬਾਰੇ ਕੋਈ ਵਰਣਨ ਨਹੀਂ ਮਿਲਦਾ, ਇਸ ਕਰਕੇ ਆਪਾਂ ਸਿਰਫ 22 ਹੀ ਮੰਨਾਂਗੇ। ਉਸ ਤੋਂ ਅੱਗੇ ਜੀ, ਜੋ ਪ੍ਰਾਇਮਰੀ ਜਾਂ ਮੁੱਢਲੀ ਸਿੱਖਿਆ ਉਹ ਮਾਤ ਭਾਸ਼ਾ ਰਾਹੀਂ ਹੀ ਦਿੱਤੀ ਜਾਵੇਗੀ। ਇਹਦੀ ਵਿਵਸਥਾ ਹੈ ਅਨੁਛੇਦ 350 ਦੇ ਪਾਰਟ ਏ ਦੇ ਵਿੱਚ। ਇਹ ਤੁਸੀਂ ਯਾਦ ਰੱਖ ਲੈਣਾ ਹੈ। ਇਸ ਤੋਂ ਬਾਅਦ ਜੋ ਡੋਗਰੀ ਭਾਸ਼ਾ ਹੈ, ਡੋਗਰੀ ਭਾਸ਼ਾ ਆਪਾਂ ਨੂੰ ਪਤਾ ਹੀ ਹੈ, ਆਪਾਂ ਪਹਿਲਾਂ ਵੀ ਮੌਕ ਟੈਸਟ ਦੇ ਵਿੱਚ ਵੀ ਇਹ ਪ੍ਰਸ਼ਨ ਕੀਤਾ ਸੀ, ਜਿਹੜੇ ਪਹਿਲੇ ਮੌਕ ਟੈਸਟ ਹੋਏ ਨੇ ਆਪਣੇ 1 ਤੋਂ ਲੈ ਕੇ 6-7 ਤੱਕ, ਕਿ ਜੋ ਡੋਗਰੀ ਭਾਸ਼ਾ ਨਾ ਉਹ ਪਹਿਲਾਂ ਕੀ ਸੀ? ਉਪਭਾਸ਼ਾ ਸੀ ਪੰਜਾਬੀ ਦੀ। ਪਰ ਜੋ 2003 ਵਾਲਾ ਐਕਟ ਸੀ ਅਤੇ 92ਵੀਂ ਸੋਧ ਸੀਗੀ, ਸੰਵਿਧਾਨਕ ਸੋਧ ਸੀ, ਉਸ ਦੁਆਰਾ ਇਸ ਨੂੰ ਸ਼ਾਮਿਲ ਕਰ ਲਿਆ ਗਿਆ ਇੱਕ ਸੁਤੰਤਰ ਭਾਸ਼ਾ ਦੇ ਵਜੋਂ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ। ਠੀਕ ਹੈ ਜੀ। ਇਸ ਤੋਂ ਬਾਅਦ ਹੁਣ ਅਸੀਂ ਪੜ੍ਹਾਂਗੇ ਪੰਜਾਬੀ ਭਾਸ਼ਾ ਦੀਆਂ ਕੁਝ ਆਮ ਵਿਸ਼ੇਸ਼ਤਾਵਾਂ। ਹੌਕਿਟ ਅਨੁਸਾਰ ਅਸੀਂ ਕਰ ਚੁੱਕੇ ਹਾਂ, ਕਾਫੀ ਇੰਪੋਰਟੈਂਟ ਨੇ ਅਤੇ ਥੋੜ੍ਹੀਆਂ ਉਲਝਾਉਣ ਵਾਲੀਆਂ ਨੇ ਉਹ, ਇਸ ਕਰਕੇ ਉਹਨਾਂ ਨੂੰ ਆਪਾਂ ਅਲੱਗ ਲੈਕਚਰ ਦੇ ਵਿੱਚ ਹੀ ਰੱਖਿਆ ਸੀ। ਜੋ ਆਮ ਨੇ ਉਹਨਾਂ ਬਾਰੇ ਆਪਾਂ ਨੂੰ ਪਤਾ ਹੀ ਹੈ, ਇਹ ਸਿਰਫ ਆਪਾਂ ਪੜ੍ਹਾਂਗੇ। ਠੀਕ ਹੈ, ਕਿਉਂਕਿ ਇਹ ਕਿਉਂ ਕਰਨਾ ਜ਼ਰੂਰੀ ਹੈ? ਜਿਹੜੇ ਜ਼ਿਆਦਾ MCQs ਨੇ ਉਹ ਇਹਦੇ 'ਤੇ ਰਿਲੇਟਡ ਹੁੰਦੇ ਨੇ। PS ਸੈਟ ਦੇ ਵਿੱਚ ਵੀ ਜ਼ਿਆਦਾਤਰ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਪੁੱਛੇ ਜਾਂਦੇ ਨੇ, ਅਤੇ ਮਾਸਟਰ ਕੇਡਰ ਅਤੇ ਜੋ ਆਪਣਾ UGC ਨੈੱਟ ਹੈ ਉਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਸ਼ਨ ਜਿਹੜੇ ਉਹ ਆ ਜਾਂਦੇ ਆ, ਇਸ ਕਰਕੇ ਮੈਂ ਇਹਨਾਂ ਨੂੰ ਅਲੱਗ ਹੀ ਸ਼ਾਮਿਲ ਕੀਤਾ ਹੈ। ਸਭ ਤੋਂ ਪਹਿਲਾਂ ਜੀ ਭਾਸ਼ਾ ਪ੍ਰਕਿਰਿਆ ਦੇ ਪੜਾਅ। ਤਾਂ ਭਾਸ਼ਾ ਪ੍ਰਕਿਰਿਆ ਦੇ ਜੋ ਪੜਾਅ ਨੇ ਉਹ 3 ਨੇ। ਕਿਹੜੇ ਕਿਹੜੇ? ਵਕਤਾ, ਧੁਨੀ ਤਰੰਗ ਅਤੇ ਸਰੋਤਾ। ਇਹ ਤੁਹਾਨੂੰ ਪਤਾ ਹੀ, ਇਹਨੂੰ ਆਪਾਂ ਜ਼ਿਆਦਾ ਐਕਸਪਲੇਨ ਨਹੀਂ ਕਰਾਂਗੇ। ਜਿਸ ਤਰ੍ਹਾਂ ਆਪਾਂ ਇੱਕ ਟੈਲੀਫੋਨ ਵਾਲਾ ਬਣਾਉਂਦੇ ਹੁੰਦੇ ਸੀ, ਠੀਕ ਹੈ, ਐਕਸਪੈਰੀਮੈਂਟ ਕਰਦੇ ਹੁੰਦੇ ਸੀ ਸਾਇੰਸ ਦੇ ਵਿੱਚ, ਸਾਰੇ ਬੱਚੇ ਹੀ ਕਰਦੇ ਹੁੰਦੇ ਸੀ ਉਹ। ਤਾਂ ਇੱਕ ਬੋਲਣ ਵਾਲਾ ਹੁੰਦਾ ਸੀ, ਠੀਕ ਹੈ, ਉਸ ਤੋਂ ਬਾਅਦ ਜੋ ਧੁਨੀ ਤਰੰਗਾਂ ਪੈਦਾ ਹੁੰਦੀਆਂ ਸੀ, ਧਾਗੇ ਨਾਲ ਆਪਾਂ ਉਹ ਟੈਲੀਫੋਨ ਬਣਾਉਂਦੇ ਹੁੰਦੇ ਸੀ, ਉਸ ਤੋਂ ਬਾਅਦ ਇੱਕ ਸੁਣਨ ਵਾਲਾ ਹੁੰਦਾ ਸੀ, ਸਰੋਤਾ। ਠੀਕ ਹੈ, ਤਾਂ ਇੱਕ ਜਣਾ ਬੋਲੇਗਾ, ਉਸ ਤੋਂ ਬਾਅਦ ਜੋ ਹਵਾ ਰਾਹੀਂ ਜਿਹੜੀਆਂ ਧੁਨੀਆਂ ਗੀਆਂ ਉਹ ਦੂਸਰੇ ਤੱਕ ਪਹੁੰਚਣਗੀਆਂ, ਸੁਣਨ ਵਾਲੇ ਤੱਕ, ਤਾਂ ਉਹ ਹੈ ਜੀ ਵਕਤਾ। ਤਾਂ ਕਿੰਨੇ ਪੜਾਅ ਹੋ ਗਏ? 3 ਪੜਾਅ ਹੋ ਗਏ। ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ। ਇਸ ਤੋਂ ਬਾਅਦ ਹੈ ਭਾਸ਼ਾ ਦੇ ਮੁੱਖ ਆਧਾਰ। ਇਹ ਆਪਾਂ ਅੱਜ ਦੇ ਲੈਕਚਰ 'ਚ ਕਰ ਲਿਆ। ਵੈਸੇ 3 ਆਧਾਰ ਨੇ, ਪਰ ਜਿਹੜਾ ਪੀੜੀ ਗੁਣੇ ਉਹ ਕਿੰਨੇ ਮੰਨਦਾ? ਉਹ ਸਿਰਫ 2 ਆਧਾਰ ਹੀ ਮੰਨਦਾ, ਉਹ ਸਮਾਜਿਕ ਆਧਾਰ ਨੂੰ ਨਹੀਂ ਮੰਨਦਾ। ਠੀਕ ਹੈ, ਤਾਂ ਪਹਿਲਾ ਭੌਤਿਕ ਜਾਂ ਸਰੀਰਕ। ਠੀਕ ਹੈ, ਇਹਦਾ ਜਿਹੜਾ ਨੰਬਰ, ਇਹਨੂੰ ਵੈਸੇ ਮੈਂ ਪਹਿਲੇ ਨੰਬਰ 'ਤੇ ਲਿਖ ਲਿਆ, ਪਰ ਇਹਦਾ ਨੰਬਰ ਜਿਹੜਾ ਉਹ 2 ਹੈ ਅਤੇ ਇਹਦਾ 1 ਹੈ। ਠੀਕ ਹੈ, ਇਹ ਤੀਸਰਾ ਹੀ ਹੈ। ਪਹਿਲਾਂ ਸਾਡੇ ਮਨ ਦੇ ਵਿੱਚ ਵਿਚਾਰ ਤੱਤ ਆਉਂਦਾ ਹੈ, ਵਿਚਾਰ ਆਉਂਦੇ ਨੇ, ਉਹ ਹੈ ਮਾਨਸਿਕ। ਫਿਰ ਉਹਨੂੰ ਅਸੀਂ ਉਹਨਾਂ ਵਿਚਾਰਾਂ ਨੂੰ ਰੂਪ ਦੇਣ ਦੇ ਲਈ ਉਚਾਰਦੇ ਹਾਂ। ਠੀਕ ਹੈ, ਉਹ ਹੈ ਭੌਤਿਕ ਜਾਂ ਸਰੀਰਕ। ਅਤੇ ਉਸ ਤੋਂ ਬਾਅਦ ਤੀਸਰੇ ਨੰਬਰ 'ਤੇ ਆਉਂਦਾ ਹੈ ਸਮਾਜਿਕ ਜਾਂ ਸੰਪਰਕ ਲਈ। ਠੀਕ ਹੈ, ਸਾਨੂੰ ਕੀ ਲੋੜ ਪੈ ਜਾਂਦੀ ਹੈ ਬੋਲਣ ਦੀ, ਦੂਜਿਆਂ ਨਾਲ ਜਿਹੜਾ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦੀ, ਤਾਂ ਉਹ ਆ ਜਾਂਦਾ ਜੀ ਸਮਾਜਿਕ ਸੰਪਰਕ ਦੇ ਵਿੱਚ। ਠੀਕ ਹੈ, ਤਾਂ ਕਿੰਨੇ ਆਧਾਰ ਹੋ ਗਏ? ਫਿਰ 3 ਹੋ ਗਏ। ਅਤੇ ਪੀੜੀ ਗੁਣੇ ਦੇ ਅਨੁਸਾਰ ਕਿੰਨੇ ਹੋ ਗਏ? 2। ਠੀਕ ਹੈ ਜੀ। ਇਸ ਤੋਂ ਬਾਅਦ ਜਿਹੜੀ ਪੰਜਾਬੀ ਭਾਸ਼ਾ ਹੈਗੀ ਉਹ ਕੀ ਹੈ? ਸੁਰਾਤਮਕ ਹੈ। ਠੀਕ ਹੈ, ਕਿੰਨੇ ਤਰ੍ਹਾਂ ਦੀਆਂ ਸੁਰਾਂ ਮਿਲਦੀਆਂ ਪੰਜਾਬੀ ਦੇ ਵਿੱਚ? 3 ਤਰ੍ਹਾਂ ਦੀਆਂ, ਉੱਚੀ, ਮੱਧਵਰਤੀ ਅਤੇ ਨੀਵੀਂ। ਅੱਗੇ ਕਰਾਂਗੇ ਜੀ ਆਪਾਂ ਉਚਾਰਨ ਆਧਾਰ 'ਤੇ ਜਿਹੜੀ ਭਾਸ਼ਾ ਹੈਗੀ ਉਸ ਦੇ ਕਿੰਨੇ ਅੰਗ ਨੇ? ਤਾਂ ਉਚਾਰਨ ਦੇ ਆਧਾਰ 'ਤੇ, ਹੁਣ ਇੱਥੇ ਉਚਾਰਨ ਆਧਾਰ 'ਤੇ ਹੈ, ਇਹ ਚੀਜ਼ ਯਾਦ ਰੱਖਣੀ ਹੈ, ਇਸ ਚੀਜ਼ 'ਤੇ ਫੋਕਸ ਕਰਕੇ ਰੱਖਣਾ ਤੁਸੀਂ। ਉਚਾਰਨ ਆਧਾਰ 'ਤੇ ਇਸ ਦੇ ਜੋ ਅੰਗ ਨੇ ਉਹ 3 ਨੇ। ਕਿਹੜੇ ਕਿਹੜੇ? ਧੁਨੀਆਤਮਕ, ਸ਼ਾਬਦਿਕ ਅਤੇ ਵਾਕਾਤਮਕ। ਧੁਨੀਆਂ ਜਿਹੜੀਆਂ ਵੀ ਆਵਾਜ਼ਾਂ ਨਿਕਲਦੀਆਂ ਨੇ ਮੂੰਹ ਦੇ ਵਿੱਚੋਂ। ਠੀਕ ਹੈ, ਸ਼ਾਬਦਿਕ ਜਿਹੜੇ ਸ਼ਬਦ ਨਿਕਲਦੇ ਨੇ, ਅਤੇ ਵਾਕਾਤਮਿਕ ਜੋ ਅਸੀਂ ਵਾਕ ਬੋਲਦੇ ਹਾਂ। 3 ਤਰ੍ਹਾਂ ਦੇ ਹੀ ਅੰਗ ਹੋ ਗਏ ਭਾਸ਼ਾ ਦੇ ਉਚਾਰਨ ਦੇ ਆਧਾਰ 'ਤੇ। ਇਸ ਤੋਂ ਬਾਅਦ ਜੀ ਭਾਸ਼ਾ ਅਧੀਨ ਆਉਣ ਵਾਲੇ
ਪ੍ਰਬੰਧ ਜਾਂ ਸਿਸਟਮ। ਆਪਾਂ ਬੋਲਦੇ ਹਾਂ ਨਾ ਕਿ ਭਾਸ਼ਾ ਪ੍ਰਬੰਧਾਂ ਦਾ ਪ੍ਰਬੰਧ ਹੈ ਜਾਂ ਸਿਸਟਮਾਂ ਦਾ ਸਿਸਟਮ ਹੈ। ਪਰਿਭਾਸ਼ਾ ਕਰਦੇ ਹਾਂ ਆਪਾਂ ਇਹਦੀ, ਤਾਂ ਉਹ ਕਿਹੜੇ ਕਿਹੜੇ ਸਿਸਟਮ ਹੈ, ਉਹ ਕਿਹੜੇ ਕਿਹੜੇ ਹੈ ਜੀ? ਧੁਨੀ ਪ੍ਰਬੰਧ, ਧੁਨੀਆਂ ਦਾ ਪ੍ਰਬੰਧ ਕਰਦੀ ਹੈ, ਸ਼ਬਦਾਂ ਦਾ ਪ੍ਰਬੰਧ ਕਰਦੀ ਹੈ ਅਤੇ ਵਾਕਾਂ ਦਾ ਪ੍ਰਬੰਧ ਕਰਦੀ ਹੈ। ਇਹਦੇ ਨਾਲ ਸੰਬੰਧਿਤ 3 ਸ਼ਾਖਾਵਾਂ ਸਾਨੂੰ ਭਾਸ਼ਾ ਵਿਗਿਆਨ ਦੀਆਂ ਮਿਲਦੀਆਂ, ਧੁਨੀ ਵਿਗਿਆਨ, ਠੀਕ ਹੈ, ਸ਼ਬਦ ਬਾਰੇ ਜਿਹੜਾ ਆਪਾਂ ਰੂਪ ਗ੍ਰਾਮ ਵਗੈਰਾ ਕਰਦੇ ਹਾਂ, ਠੀਕ ਹੈ, ਉਹ ਸਾਰੀਆਂ ਆ ਜਾਂਦੀਆਂ, ਸ਼ਬਦ ਬਾਰੇ ਪੜ੍ਹਦੇ ਹਾਂ। ਉਸ ਤੋਂ ਬਾਅਦ ਜੋ ਵਾਕ ਵਿਗਿਆਨ, ਅਲੱਗ-ਅਲੱਗ ਵਾਕਾਂ ਬਾਰੇ ਪੜ੍ਹਦੇ ਹਾਂ ਆਪਾਂ, ਠੀਕ ਹੈ, ਅਲੱਗ-ਅਲੱਗ ਅਧਿਐਨ ਜਿਹੜਾ ਹੁੰਦਾ ਇਹਨਾਂ ਦਾ। ਤਾਂ ਕਿੰਨੇ ਪ੍ਰਬੰਧ ਨੇ ਜੀ? 3 ਪ੍ਰਬੰਧ ਨੇ। ਇਸ ਤੋਂ ਅੱਗੇ ਭਾਸ਼ਾ ਕੀ ਹੁੰਦੀ ਹੈ? ਪਰਿਵਰਤਨਸ਼ੀਲ ਹੈ, ਗਤੀਸ਼ੀਲ ਹੈ, ਦੂਰੀ ਪ੍ਰਕਿਰਤੀ ਵਾਲੀ ਹੈ। ਇਹਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ, ਆਲਰੇਡੀ ਪਹਿਲੇ ਲੈਕਚਰ ਦੇ ਵਿੱਚ ਹੋ ਚੁੱਕਿਆ। ਇਸ ਤੋਂ ਬਾਅਦ ਭਾਸ਼ਾ ਸੰਚਾਰ ਦੇ ਸਾਧਨ ਕਿੰਨੇ ਨੇ? ਹੁਣ ਇਹਦੇ ਵਿੱਚ 3-4 ਪ੍ਰਸ਼ਨ ਬਣਨਗੇ, ਇਹਨੂੰ ਆਪਾਂ ਧਿਆਨ ਨਾਲ ਕਰ ਲਈਏ। ਤਾਂ ਭਾਸ਼ਾ ਦਾ ਸੰਚਾਰ ਕਿਵੇਂ ਹੁੰਦਾ ਹੈ? 3 ਜਿਹੜੇ ਸਾਧਨ ਹੈ ਇਹਦੇ ਲਈ ਜ਼ਿੰਮੇਵਾਰ ਹੈ। ਸਭ ਤੋਂ ਪਹਿਲਾਂ ਬੋਲਚਾਲ, ਜੋ ਅਸੀਂ ਬੋਲਦੇ ਹਾਂ। ਦੂਸਰਾ ਲਿਖਤ, ਅਸੀਂ ਲਿਖ ਕੇ ਆਪਦੇ ਭਾਵ ਪ੍ਰਗਟ ਕਰਦੇ ਹਾਂ। ਤੀਸਰਾ ਸੰਕੇਤ, ਜੋ ਵੀ ਹਾਵ ਭਾਵ ਨੇ ਸਾਡੇ, ਇਸ਼ਾਰੇ ਨੇ, ਸੰਕੇਤ ਨੇ, ਠੀਕ ਹੈ, ਗੈਸਚਰਸ ਨੇ ਸਾਡੇ, ਉਹ ਸਾਰੇ ਆ ਜਾਂਦੇ ਆ ਸੰਕੇਤਾਂ ਦੇ ਵਿੱਚ, ਠੀਕ ਹੈ। ਤਾਂ 3 ਸਾਧਨ ਹੋ ਗਏ। ਇਸ ਤੋਂ ਬਾਅਦ ਜੋ ਸੰਚਾਰ ਪ੍ਰਣਾਲੀ ਦਾ ਮੂਲ ਆਧਾਰ ਹੈ ਉਹ ਕੀ ਹੈ ਜੀ? ਤਾਂ ਉਹ ਹੈ ਜੀ ਭਾਸ਼ਾ। ਜੇ ਭਾਸ਼ਾ ਹੋਊਗੀ ਤਾਂ ਹੀ ਸੰਚਾਰ ਹੋਏਗਾ। ਤਾਂ ਇਹਦੇ ਸਾਧਨ ਕਿਹੜੇ ਆ ਫਿਰ? ਸੰਚਾਰ ਪ੍ਰਣਾਲੀ ਦੇ ਸਾਧਨ ਕਿਹੜੇ ਆ? ਤਾਂ ਉਹ 2 ਨੇ ਜੀ। ਉਹ ਕਿਹੜੇ ਕਿਹੜੇ? ਵਕਤਾ ਅਤੇ ਸਰੋਤਾ। ਸੰਚਾਰ ਤਾਂ ਹੀ ਹੋਊਗਾ ਜੇ ਇੱਕ ਬੋਲਣ ਵਾਲਾ ਹੋਏਗਾ ਅਤੇ ਇੱਕ ਸੁਣਨ ਵਾਲਾ, ਠੀਕ ਹੈ। ਆਸ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਊਗੀ। ਅਤੇ ਆਪਾਂ ਨੂੰ ਪਤਾ ਹੈ ਭਾਸ਼ਾ ਨਕਲ ਰਾਹੀਂ ਵੀ ਸਿੱਖੀ ਜਾ ਸਕਦੀ ਹੈ। ਇਹ ਪਲੈਟੋ ਨੇ, ਅਰਸਤੂ ਨੇ ਇਹਦਾ ਜਿਹੜੀ ਹਮਾਇਤ ਕੀਤੀ ਸੀ ਇਸ ਸਿਧਾਂਤ ਦੀ, ਠੀਕ ਹੈ। ਇਸ ਤੋਂ ਬਾਅਦ ਅਸੀਂ ਕਰਾਂਗੇ ਕਿ ਜੋ ਵਿਚਾਰ ਵਟਾਂਦਰਾ ਹੈ, ਵਿਚਾਰ ਵਟਾਂਦਰਾ ਮਤਲਬ ਵਿਚਾਰਾਂ ਦਾ ਆਦਾਨ ਪ੍ਰਦਾਨ, ਇੱਕ ਦੂਜੇ ਨਾਲ ਗੱਲਬਾਤ ਕਰਨੀ, ਉਹਦੇ ਸਾਧਨਾਂ ਦੀਆਂ ਸ਼੍ਰੇਣੀਆਂ ਕਿੰਨੀਆਂ? ਹੁਣ ਕਿਹੜੇ ਕਿਹੜੇ ਸਾਧਨ ਹੈ ਅਤੇ ਉਹਨਾਂ ਦੀਆਂ ਅੱਗੇ ਸ਼੍ਰੇਣੀਆਂ ਕਿਹੜੀਆਂ? ਤਾਂ 3 ਸ਼੍ਰੇਣੀਆਂ ਨੇ ਜੀ। ਕਿਹੜੀਆਂ ਕਿਹੜੀਆਂ? ਛੂਣਯੋਗ, ਵੇਖਣਯੋਗ ਅਤੇ ਸੁਣਨਯੋਗ, ਠੀਕ ਹੈ। ਤਾਂ ਇਹਨੂੰ ਆਪਾਂ ਕੀ ਕਰਨਾ ਹੈ ਹੁਣ? 3 ਆਧਾਰਾਂ ਦੇ ਵਿੱਚ ਵੰਡ ਲਿਆ। ਅਤੇ ਆਪਣੇ ਕੰਮ ਦਾ ਕਿਹੜਾ ਹੈ? ਆਪਣੇ ਕੰਮ ਦਾ ਜੀ ਸੁਣਨਯੋਗ, ਠੀਕ ਹੈ। ਇਹਦੇ ਸਪੈਲਿੰਗ ਠੀਕ ਕਰ ਲਿਓ, ਆਹ ਵਾਲੇ ਆ। ਸੁਣਨਯੋਗ ਦੇ ਵਿੱਚ ਕੀ ਹੈਗਾ? ਭਾਸ਼ਾ ਦਾ ਸੰਬੰਧ ਸਿਰਫ ਸੁਣਨਯੋਗ ਸ਼੍ਰੇਣੀ ਦੇ ਨਾਲ ਹੀ ਹੈ, ਕਿਉਂਕਿ ਜੋ ਛੂਣਾ ਹੈ ਉਹ ਸਾਡੀ ਭਾਸ਼ਾ ਦੇ ਵਿੱਚ ਨਹੀਂ ਆਉਂਦਾ, ਵੇਖਣਾ ਉਹ ਭਾਸ਼ਾ ਵਿੱਚ ਨਹੀਂ ਆਉਂਦਾ, ਸੁਣਨਾ ਜਿਹੜਾ ਉਹ ਭਾਸ਼ਾ ਕੌਸ਼ਲ ਦਾ ਇੱਕ ਅੰਗ ਹੈ, ਠੀਕ ਹੈ। ਸੁਣਨ ਕੌਸ਼ਲ ਆਪਾਂ ਕਰੇ ਹੋਏ ਨੇ ਇਹ ਸਿਧਾਂਤ, ਜੇ ਆਪਾਂ ਪਹਿਲਾਂ ਵਾਲੀਆਂ ਸ਼੍ਰੇਣੀਆਂ ਦੇ ਵਿੱਚ ਹੈ ਨਾ, ਚੰਗੀ ਤਰ੍ਹਾਂ ਆਪਾਂ ਨੂੰ ਪਤਾ ਕਿ ਜਿਹੜਾ ਸੁਣਨ ਕੌਸ਼ਲ ਆ ਉਹਦੇ ਵਿੱਚ ਕੀ ਕੀ ਆ ਜਾਂਦਾ ਹੈ। ਤਾਂ ਭਾਸ਼ਾ ਦਾ ਸੰਬੰਧ ਸੁਣਨਯੋਗ ਸ਼੍ਰੇਣੀ ਦੇ ਨਾਲ ਹੈ। ਜਿੰਨਾ ਵੱਧ ਤੋਂ ਵੱਧ ਸੁਣਾਂਗੇ ਆਪਾਂ ਓਨਾ ਹੀ ਕਿਸੇ ਭਾਸ਼ਾ ਬਾਰੇ ਡੰਗੇਰੇ ਰੂਪ ਦੇ ਵਿੱਚ ਜਾਣਾਂਗੇ। ਉਸ ਤੋਂ ਬਾਅਦ ਜੀ ਜੋ ਬੋਲੀ ਦੀ ਉਪਜ ਹੈ, ਇਹ ਪ੍ਰਸ਼ਨ ਵੀ ਕਾਫੀ ਇੰਪੋਰਟੈਂਟ ਹੈ, ਇਹਨੂੰ ਧਿਆਨ ਨਾਲ ਕਰ ਲਿਓ। ਜਦੋਂ ਹੁਣ ਆਪਾਂ ਪਹਿਲਾਂ ਸਿਧਾਂਤ ਕਰੇ ਨੇ ਹੈ ਨਾ, ਉਹ ਸਿਧਾਂਤ ਕਿਵੇਂ ਸਾਡੇ ਸਾਹਮਣੇ ਆਏ? ਇੰਨੇ ਸਿਧਾਂਤ ਕਿਵੇਂ ਆ ਗਏ? ਸਾਨੂੰ ਕਿਵੇਂ ਪਤਾ ਲੱਗਿਆ ਵੀ ਆਹ ਵਾਲਾ ਸਿਧਾਂਤ ਵੀ ਚੱਲਿਆ, ਇਸ ਤਰੀਕੇ ਨਾਲ ਵੀ ਨਾਮ ਬਣਿਆ ਭਾਸ਼ਾ ਦਾ, ਇਹਨਾਂ ਤਰੀਕੇ ਨਾਲ ਭਾਸ਼ਾ ਦਾ ਵਿਕਾਸ ਹੋਇਆ? ਕਿਵੇਂ ਪਤਾ ਲੱਗਿਆ? ਕਿਉਂਕਿ ਉਹਨਾਂ ਸਿਧਾਂਤਾਂ ਉੱਤੇ ਅਲੱਗ-ਅਲੱਗ ਭਾਸ਼ਾ ਵਿਗਿਆਨੀਆਂ ਨੇ ਖੋਜ ਕੀਤੀ ਸੀ। ਅਤੇ ਜਦੋਂ ਫਿਰ ਖੋਜ ਚੱਲਦੀ ਹੈ ਤਾਂ ਇੱਕ ਐਵੇਂ ਤਾਂ ਹੁੰਦਾ ਨਹੀਂ ਕਿ ਖੋਜ ਚੱਲੀ ਅਤੇ ਇੱਕ ਜਾਣੇ ਨੇ ਮਤ ਪੇਸ਼ ਕਰਤਾ ਅਤੇ ਇਹ ਦੂਸਰੇ ਜਿਹੜੇ ਸਾਰੇ ਇੱਕਦਮ ਉਹਦੇ ਨਾਲ ਸਹਿਮਤ ਹੋ ਗਏ, ਇੱਦਾਂ ਤਾਂ ਕਦੇ ਹੋਇਆ ਨਹੀਂ ਨਾ। ਦੂਸਰੇ ਕੀ ਕਰਦੇ ਆ? ਉਹਦੀ ਆਲੋਚਨਾ ਕਰਦੇ ਆ। ਆਲੋਚਨਾ ਕਿਹੜੇ ਆਧਾਰਾਂ 'ਤੇ? ਸਬੂਤਾਂ ਦੇ ਆਧਾਰਾਂ 'ਤੇ। ਅਤੇ ਫਿਰ ਉਹਨਾਂ ਨੂੰ ਐਵੇਂ ਵੀ ਦੱਸਣਾ ਪੈਂਦਾ ਵੀ ਹਾਂ ਤੇਰੀ ਜਿਹੜੀ ਆਹ ਗੱਲ ਗਲਤ ਹੈ ਅਤੇ ਮੇਰੀ ਇਹ ਗੱਲ ਸਹੀ ਹੈ, ਫਿਰ ਉਹ ਆਪਦਾ ਮਤ ਪੇਸ਼ ਕਰਦੇ ਆ। ਤਾਂ ਇਸ ਤਰ੍ਹਾਂ ਸਥਿਤੀ ਹੈ ਜਿਹੜੀ ਉਹ ਬਹੁਤ ਪੇਚੀਦਾ ਬਣ ਗਈ ਸੀ। ਅਤੇ ਇਸ ਸਥਿਤੀ 'ਤੇ ਕੰਟਰੋਲ ਪਾਉਣ ਦੇ ਲਈ ਜੋ ਭਾਸ਼ਾ ਵਿਗਿਆਨ ਪ੍ਰੀਸ਼ਦ ਸੀ, ਕਿੱਥੋਂ ਦੀ? ਪੈਰਿਸ ਦੀ, ਠੀਕ ਹੈ। ਭਾਸ਼ਾ ਵਿਗਿਆਨ ਪ੍ਰੀਸ਼ਦ ਪੈਰਿਸ ਦੇ ਕੀ ਕੀਤਾ ਸੀ? ਬੋਲੀ ਦੀ ਉਪਜ ਸੰਬੰਧੀ ਜਿੰਨੀ ਵੀ ਖੋਜ ਚਰਚਾ ਹੋਈ ਸੀ ਉਹਦੇ ਉੱਤੇ ਪਾਬੰਦੀ ਲਾਤੀ ਸੀ ਕਿ ਕੋਈ ਵੀ ਵਿਦਵਾਨ ਹੁਣ ਨਹੀਂ ਕਰੂਗਾ ਇਸ ਤਰ੍ਹਾਂ ਦੀ ਚਰਚਾ, ਠੀਕ ਹੈ। ਕੁਝ ਸਮੇਂ ਲਈ ਸੀ, ਜ਼ਿਆਦਾ ਸਮੇਂ ਲਈ ਨਹੀਂ ਰਹੀ ਇਹ ਪਾਬੰਦੀ, ਪਰ ਇੰਨਾ ਜ਼ਿਆਦਾ ਜਿਹੜਾ ਪੇਚੀਦਾ ਹੋ ਗਿਆ ਸੀਗਾ ਸਿਧਾਂਤ ਭਾਸ਼ਾ ਦੀ ਖੋਜ ਸੰਬੰਧੀ। ਇਸ ਤੋਂ ਬਾਅਦ ਅਸੀਂ ਕਰਾਂਗੇ ਕਿ ਬੋਲੀ ਦੇ ਵਿੱਚ ਪਰਿਵਰਤਨ ਕਿਉਂ ਆਉਂਦੇ ਨੇ, ਕਿਹੜੇ ਕਾਰਨ ਹੈ? ਇਹ ਆਪਾਂ ਸਿਰਫ ਪੜ੍ਹਾਂਗੇ ਕਾਰਨ, ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੈ। ਸਭ ਤੋਂ ਪਹਿਲਾਂ ਜੀ ਭੂਗੋਲਿਕ ਪ੍ਰਭਾਵ, ਕਿਸੇ
जगह का जिहड़ा भूगोल वो किहो जिहा, स्थितियां किहो जिहियां उत्थों दियां, मौसम किहो जिहा, ठीक है, ये चीज़ भी प्रभाव पाउंदी है बोलन दे उपर। भिन्न भिन्न कौमां दी मिलावट, जो अलग अलग भाषावां बोलण वाले जिहड़े लोग आ गए वो आउंदे ने, जिस तरह मुगलों ने हमले कीते, ठीक है, उस तो बाद जो अंग्रेज़ सीगे उन्हां दा जिहड़ा शासन रहा है ना भारत उत्ते जां पंजाब उत्ते, तो उसका प्रभाव भी भाषा उत्ते पैना लाजमी है। उस तो बाद मानसिक स्थिति, मानसिक स्थिति मतलब कि जिहड़े भाषा दे रूप ने, भाषा के जिहड़े शब्द ने वो अलग अलग अर्थ ग्रहण करते हैं, ठीक है, एक ही शब्द नूं किन्ने ही प्रसंगां दे विच वरत्या लिया जाता है, तो उहदे पिछे की हुंदी है, मानसिक स्थिति हुंदी है कि कोई इंसान किसी बारे, किसी सिद्धांत बारे किस तरह सोच रहा, जिस तरह आप पहला ही एग्जाम्पल की है भोग पैण वाली, ठीक है। उस तो बाद समाजिक स्थिति, जिस तरह समाज दे विच आपां रहने आ, विचरदे हैं, ठीक है, हुण जे आपां इंग्लैंड दे विच जाके रहन लग जी तो उत्थों की भाषा का प्रभाव पैना लाजमी है, या आपां भी करन लग जाएंगे, है ना। तो उस तो बाद समरूपता जां सदृशता, हुण समरूपता जां सदृशता वाला जिहड़ा सिद्धांत है थोड़ा जिहा अलग है। इस तरह ही परिवर्तन किवें आउंदा कि कोई जिहड़ा शब्द है वो सानूं एक दूजे दे नाल दा लगदा है, ठीक है, तो उसनूं असीं उसे तरह ही बोलना स्टार्ट कर दिंदे हां, जिसनूं असीं कहने हां समरूपता जां सदृशता, ठीक है जी। जे आपां जिहड़ा समरूपता वाली एग्जाम्पल करनी होवे तां आपां नूं दो शब्द इक्को ਜਿਹੇ लगण भी हाँ इन्हां 'च कोई फर्क नहीं, जे इहदी जगह ते आपां वरत लईए, जिस तरह मलवई दे विच आपां तुहाडे कहने है ना, असली शब्द तुहाडे आ, उहनूं आपां सोडे कह लैंदे आ, कई सोडे कहने आ सोडे घरे जां फिर थोडे घरे, ठीक है, इस तरह के असीं जिहड़े शब्द आ गए वो असीं वरत लैंदे आ, ठीक है। जिवें आपां कहने आ तूं नूं आपां तैं कह लैंदे आ, तैं कीता ये काम है ना, तूं कीता नूं तैं कीता, तो ये की है उहदे विच आपां समरूपता देख लैंदे आ, सदृश देख लैंदे आ कि ये शब्द भी इस तरह का ही है, तो उहदी जिहड़ी बनतर है शब्द की वो बदल दिंदे आ, वो हुंदा है समरूपता जां सदृशता। तो ये सारे की सीगे बाहरी कारण सी, इस तो इलावा कुछ अंदरूनी कारण भी है, जिस तरह किसी दे विच झिझक हुंदी है, ठीक है, जां किस तरह का भरम हुंदा है, जां जिहड़ा नाल दे जिहड़े आपां जिस तरह अपनी क्लास दे विच जिहड़े बच्चा बोलदा ओहदी आपां जिस तरह वो बोलता उस तरह ही आपां बोलन लग जाते हैं, ठीक है, अचेत रूप दे विच, सचेत रूप दे विच नहीं, आटोमैटिकली उहदा प्रभाव पैना शुरू हो जाता। तो कुछ कुछ चीज़ां भाषा संजम नाल भी रिलेट करदियां ने, कुछ जिहड़ियां अपनियां सुर तंदां हुंदियां उन्हां ते भी डिपेंड है, किसी दियां सुर तंदां ज़्यादा विकसित नहीं हुंदियां तो चाह के भी वो कुछ कुछ धुनियां का उच्चारण नहीं कर पाउंदे, तो अलग अलग कारण ने भाषा परिवर्तन दे, ठीक है जी। ये सीगा अपना अज का लैक्चर। आस है कि तुहानूं ये लैक्चर पसंद आया होवेगा। जेकर किसी चीज़ की समझ नहीं लगी तो तुसी कमेंट करके पूछ सकते हो। तो भाषा नाल संबंधित अपना ये लैक्चर तुहानूं किस तरह का लग्या कमेंट करके लाइक करके जरूर दस्सिओ जी। तो जेकर पसंद आया तो अपने फ्रेंड्स नाल शेयर करना बिल्कुल भी ना भुल्लिओ। देखते रहो तुहाडा अपना सुपीरियर स्टडी चैनल, तो करते रहो पंजाबी की तैयारी। धन्नवाद जी।